सतगुरु साहब जी दे दरों घरों बरोसाए होए गुरसिख प्यारिਆਂ ने जो गलती करके सतगुरु जी ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਸੀ, सतगुरु तो बेमुख हो गए सन। साध संगत जी ਆਪਣੀਆਂ ਜਾਨਾਂ ਦੇ ਉੱਤੇ ਖੇਡ ਕੇ ਉਹਨਾਂ 40 ਸਿੰਘਾਂ ਨੇ 40 ਮੁਕਤੇ ਹੋਣ ਦਾ ਵਰ ਵੀ ਸਤਿਗੁਰੂ ਸਾਹਿਬ ਜੀ ਤੋਂ ਪ੍ਰਾਪਤ ਕੀਤਾ। और उस धरती ਨੂੰ सतगुरु सच्चे पातशाह जी ने मुक्ति का सार श्री मुक्तसर साहिब होण ਦਾ वर बख्शिश ਕੀਤਾ। ਜਿਹੜਾ भी भाई शरधा भावना ਦੇ ਨਾਲ ਆ ਕੇ इस धरती ਦੇ ਉੱਤੇ ਆਪਣੇ ਕੀਤੇ ਹੋਏ ਪਾਪਾਂ ਗੁਨਾਹਾਂ ਤੋਂ ਤੌਬਾ ਕਰੇਗਾ, ਅਗਾਂਹ ਵਾਸਤੇ ਜੀਵਨ ਨੂੰ ਨਿਰਮਲ ਰੱਖੇਗਾ, ਗੁਰੂ ਕੀ ਬਾਣੀ ਨਾਲ ਜੁੜੇਗਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣੇਗਾ, ਉਹਨਾਂ ਦੇ ਪਿਛਲੇ ਗੁਨਾਹ ਮਾਫ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਦੀ ਟੁੱਟੀ ਗੰਢਾਂਗੇ, ਉਹਨਾਂ ਦੀ ਟੁੱਟੀ ਹੋਈ ਸ਼ਰਧਾ ਨੂੰ ਗੰਢਾਂਗੇ, ਉਹਨਾਂ ਦੀ ਟੁੱਟੀ ਹੋਈ ਸਿੱਖੀ ਨੂੰ ਗੰਢਾਂਗੇ, ਉਹਨਾਂ ਦੀ ਟੁੱਟੀ ਹੋਈ ਪ੍ਰੀਤੀ ਨੂੰ ਮੁੜ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਆਪਣੇ ਨਾਲ ਜੋੜ ਲਵਾਂਗੇ। ਸੋ ਇਹ ਟੁੱਟੀ ਗੰਢੀ ਦਿਵਸ ਦਾ ਅੱਜ ਸਾਧ ਸੰਗਤ ਜੀ ਪੁਰਬ ਹੈ। ਟੁੱਟੀ ਗੰਢੀ ਦਿਵਸ ਦੇ ਪੁਰਬ ਨੂੰ ਸਾਧ ਸੰਗਤ ਜੀ ਵਿਸਤਾਰ ਦੇ ਵਿੱਚ ਆਪਾਂ ਗੁਰੂ ਕਿਰਪਾ ਦੁਆਰਾ ਵਿਚਾਰਾਂਗੇ ਕਿਵੇਂ ਸਤਿਗੁਰੂ ਨੇ ਆਪਣੇ ਸਿੱਖਾਂ ਦੀ ਟੁੱਟੀ ਗੰਢੀ ਕਿਉਂ ਬੇਮੁਖ ਹੋਏ, ਕੀ ਕਾਰਨ ਬਣੇ। ਸੋ ਸਾਧ ਸੰਗਤ ਜੀ ਆਓ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਰਸਨਾ ਦੀ ਸਫਲਤਾ ਅਰਥੇ ਗੱਜ ਵੱਜ ਕੇ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ, ਆ ਰਹੇ ਹੋ, ਮਨ ਬਿਰਤਿਆਂ ਨੂੰ ਇਕਾਗਰ ਕਰਕੇ ਦੋਵੇਂ ਹੱਥ ਜੋੜ ਕੇ ਪਿਆਰ ਦੇ ਨਾਲ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਤਸੰਗ ਦੇ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਔਰ ਸਤਸੰਗਤ ਦੇ ਵਿੱਚ ਆ ਕੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ, ਨਿੱਤਾ ਪ੍ਰਤੀ ਆ ਕੇ ਵਿਚਾਰ ਕਰਨੀ ਕਿ ਮੈਂ ਪਿੱਛੇ ਕਿੰਨੇ ਗੁਨਾਹ ਕੀਤੇ ਹਨ ਔਰ ਅੱਜ ਤੋਂ ਇਹਨਾਂ ਗੁਨਾਹਾਂ ਤੋਂ ਤੌਬਾ ਕਰਾਂ। ਇੱਕ ਇੱਕ ਕਰਕੇ ਗੁਨਾਹ ਗਲਤੀਆਂ ਨੂੰ ਮੈਂ ਛੱਡਦਾ ਜਾਵਾਂ ਤਾਂ ਕਿ ਮੇਰੇ ਅੰਦਰ ਗੁਣਾਂ ਦਾ ਭੰਡਾਰ ਸਮਾ ਜਾਵੇ, ਗੁਣ ਹੀ ਗੁਣ ਇਕੱਤਰ ਹੋ ਜਾਣ। ਪਿਛਲੇ ਰਹਿੰਦੇ ਲੰਘ ਚੁੱਕੇ ਸਮੇਂ ਦੇ ਉੱਤੇ ਸਾਧ ਸੰਗਤ ਜੀ ਝੂਰਨਾ ਨਹੀਂ ਹੈ ਔਰ ਆਉਣ ਵਾਲੇ ਦੀ ਯਾਦ ਦੇ ਵਿੱਚ ਐਵੇਂ ਫਿਕਰਾਂ ਦੇ ਵਿੱਚ ਨਹੀਂ ਲੱਗੇ ਰਹਿਣਾ ਹੈ। ਜੋ ਅੱਜ ਦਾ ਵਰਤਮਾਨ ਦਾ ਸਮਾਂ ਸਾਡੇ ਕੋਲ ਹੈ ਇਸ ਨੂੰ ਸਫਲਿਆਂ ਕਰਨ ਦਾ ਯਤਨ ਕਰਨਾ ਹੈ। ਪੰਜਾਬੀ ਦੇ ਮਹਾਨ ਕਵੀ ਸੰਤ ਕਵੀ ਆਧੁਨਿਕ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਬਹੁਤ ਸੁੰਦਰ ਕਵਿਤਾ ਹੈ ਖਾਲਸਾ ਜੀ, ਜਿਸ ਦਾ ਨਾਮ ਹੈ ਅੱਜ। ਛੋਟੀ ਜੀ ਕਵਿਤਾ ਹੈ ਪਰ ਉਸ ਦੇ ਵਿੱਚ ਭਾਈ ਸਾਹਿਬ ਜੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਅਥਾਹ ਗਿਆਨ ਦਾ ਭੰਡਾਰ ਸਾਧ ਸੰਗਤ ਜੀ ਸਮੋਇਆ ਹੋਇਆ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ, ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਇਹ ਮੁਫਤ ਗਵਾਈ। ਭਾਈ ਸਾਹਿਬ ਜੀ ਕਹਿੰਦੇ ਜਿਹੜੀ ਕੱਲ ਹੈ ਬੀਤ ਗਿਆ ਸਮਾਂ ਹੈ ਉਹ ਸਾਡੇ ਵੱਸੋਂ ਬਾਹਰਾ ਹੋ ਗਿਆ। ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ। ਜਿਹੜਾ ਸਮਾਂ ਲੰਘ ਗਿਆ ਸਾਧ ਸੰਗਤ ਉਹ ਮੁੜ ਕੇ ਹੱਥ ਵਿੱਚ ਨਹੀਂ ਆਉਂਦਾ। ਜਿਵੇਂ ਬੇੜੀ ਦਾ ਪੂਰ ਤਰੰਜਣ ਦੀਆਂ ਕੁੜੀਆਂ ਨਿੱਤ ਨਾ ਬੈਠਣ ਰਲ ਕੇ, ਜੋ ਪਾਣੀ ਅੱਜ ਵਗ ਗਿਆ ਪਤਣੋਂ ਫੇਰ ਨਾ ਵਗਣਾ ਭਲਕੇ। ਉਹ ਸਾਧ ਸੰਗਤ ਜਿਹੜਾ ਪਾਣੀ ਅੱਜ ਪਤਣਾਂ ਦੇ ਉੱਤੋਂ ਲੰਘ ਗਿਆ ਉਹ ਦੁਬਾਰਾ ਉਹਨਾਂ ਪਤਣਾਂ ਦੇ ਉੱਤੇ ਨਹੀਂ ਕਦੇ ਵੀ ਆਉਂਦਾ। ਇਸੇ ਤਰ੍ਹਾਂ ਜਿਹੜਾ ਸਮਾਂ ਸਾਡੇ ਹੱਥੋਂ ਇੱਕ ਵਾਰ ਲੰਘ ਗਿਆ ਉਹ ਦੁਬਾਰਾ ਮੁੜ ਸਾਡੇ ਹੱਥ ਨਹੀਂ ਆਉਂਦਾ ਹੁੰਦਾ। ਇਸ ਕਰਕੇ ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਉਹ ਸਾਡੇ ਵੱਸੋਂ ਬਾਹਰਾ ਕੰਮ ਹੋ ਗਿਆ। ਜਿਹੜਾ ਸਮਾਂ ਲੰਘ ਗਿਆ ਉਹਨੂੰ ਅਸੀਂ ਵਾਪਸ ਨਹੀਂ ਮੋੜ ਸਕਦੇ। ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ, ਭਵਿੱਖ ਦਾ ਜਿਹੜਾ ਸਮਾਂ ਹੈ ਫਿਊਚਰ ਟੈਂਸ ਹੈ ਜਿਹੜਾ ਸਾਧ ਸੰਗਤ ਜੀ ਫਿਊਚਰ ਦਾ ਟਾਈਮ ਉਹ ਸਾਡੇ ਹਾਲੇ ਤੱਕ ਹੱਥਾਂ ਵਿੱਚ ਨਹੀਂ ਆਇਆ, ਉਹ ਦੂਰ ਹੈ।
ਪਰ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ। ਅੱਜ ਦਾ ਸਮਾਂ, ਵਰਤਮਾਨ ਦਾ ਸਮਾਂ, ਪ੍ਰੈਜ਼ੈਂਟ ਦਾ ਸਮਾਂ ਇਹ ਸਾਡੇ ਕੋਲ ਹੈ, ਪਰ ਇਹਨੂੰ ਅਸੀਂ ਫਿਕਰਾਂ, ਚਿੰਤਾਵਾਂ, ਝੋਰਿਆਂ ਦੇ ਵਿੱਚ ਲਾ ਕੇ ਅਜਾਈਂ ਗਵਾ ਰਹੇ ਹਾਂ। ਕੱਲ ਭਲਕ ਨੂੰ ਸੋਚ, ਬੀਤੇ ਹੋਏ ਕੱਲ ਤੇ ਆਉਣ ਵਾਲੀ ਭਲਕ ਨੂੰ ਸੋਚਦਿਆਂ ਵਰਤਮਾਨ ਸਮੇਂ ਦਾ ਪ੍ਰਾਪਤ ਸਮਾਂ ਜਿਹੜਾ ਸਾਡੇ ਕੋਲ ਹੈ, ਇਹਨੂੰ ਸਾਧ ਸੰਗਤ ਜੀ ਅਸੀਂ ਮੁਫਤ ਦੇ ਵਿੱਚ ਅਜਾਈਂ ਹੀ ਗਵਾ ਰਹੇ ਹਾਂ। ਨਿਸਫਲ ਜਾ ਰਿਹਾ ਸਾਡਾ ਸਮਾਂ। ਸੋ ਸਮੇਂ ਨੂੰ ਸਫਲਿਆ ਕਰਨਾ ਹੈ। ਆਪਾਂ ਬੀਤ ਗਏ ਦੀ ਚਿੰਤਾ ਦੇ ਵਿੱਚ ਨਹੀਂ, ਆਉਣ ਵਾਲੇ ਸਮੇਂ ਦੇ ਫਿਕਰਾਂ ਦੇ ਵਿੱਚ ਨਹੀਂ ਰਹਿਣਾ। ਵਰਤਮਾਨ ਸਮੇਂ ਦੇ ਵਿੱਚ ਸਾਧ ਸੰਗਤ ਜੀ ਜਿਉਣਾ ਹੈ। ਔਰ ਵਰਤਮਾਨ ਸਮੇਂ ਦੇ ਵਿੱਚ ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਮਹਾਰਾਜ ਪਿਛਲੀ ਉਮਰ ਜਿਵੇਂ ਲੰਘ ਗਈ, ਸੋ ਆਪ ਜੀ ਹੁਣ ਤੋਂ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੋ। ਚਾਹੇ ਅਸੀਂ ਪਾਪੀ ਹਾਂ, ਚਾਹੇ ਪੁੰਨੀ ਹਾਂ, ਬਾਲਕ ਹਾਂ, ਬਿਰਧ ਹਾਂ, ਜਵਾਨ ਹਾਂ, ਬੀਬੀ ਹਾਂ, ਮਰਦ ਹਾਂ, ਸਤਿਗੁਰ ਸੱਚਾ ਪਾਤਸ਼ਾਹ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ। ਆਪ ਜੀ ਕਿਰਪਾ ਕਰਕੇ ਸ਼ਰਨ ਆਇਆਂ ਦੀ ਲਾਜ ਰੱਖੋ। ਸਰਨ ਪਰੇ ਕੀ ਰਾਖ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਸ਼ਰਨ ਆਇਆਂ ਦੀ ਲੱਜਿਆ ਰੱਖੋ, ਕਿਉਂਕਿ ਸਤਿਗੁਰੂ ਸ਼ਰਨ ਆਇਆਂ ਦੀ ਇੱਜ਼ਤ ਪੱਤ ਆਪ ਢੱਕ ਕੇ ਰੱਖਦੇ ਆ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਮੇਰੇ ਮਾਲਕ ਦਾ, ਮੇਰੇ ਸੁਆਮੀ ਦਾ, ਮੇਰੇ ਸਾਹਿਬ ਜੀ ਦਾ ਸੁਭਾਅ ਹੈ। ਜਿਹੜਾ ਵੀ ਸੱਚੇ ਦਿਲ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਿਆ, ਫਿਰ ਸਾਧ ਸੰਗਤ ਜੀ ਉਹਦੀ ਬਹੁੜੀ ਜ਼ਰੂਰ ਕਰਦੇ ਹਨ, ਉਹਦਾ ਭਲਾ ਜ਼ਰੂਰ ਕਰਦੇ ਹਨ, ਬਸ਼ਰਤੇ ਕਿ ਕੋਈ ਸੱਚੇ ਦਿਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਜਾਵੇ ਸਹੀ। ਚਾਹੇ ਜਿੰਨਾ ਮਰਜੀ ਸਾਧ ਸੰਗਤ ਅਪਰਾਧੀ ਹੋਵੇ, ਜਿੰਨਾ ਮਰਜੀ ਸਾਧ ਸੰਗਤ ਕੋਈ ਪਾਪੀ ਹੋਵੇ, ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਹਿੰਦੇ ਅਜਹੂ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਕਹਿੰਦੇ ਹਲੇ ਵੀ ਤੇਰਾ ਕੁਝ ਵਿਗੜਿਆ ਨਹੀਂ ਹੈ। ਜੇ ਆ ਕੇ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰ ਲਵੇਂਗਾ ਨਾ, ਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਨਿਰਭੈ ਪਦਵੀ ਨੂੰ ਪ੍ਰਾਪਤ ਕਰ ਲਵੇਂਗਾ। ਨਿਰਭਉ ਜਪੈ ਸਗਲ ਭਉ ਮਿਟੈ। ਜਿਹਨੇ ਸਾਧ ਸੰਗਤ ਉਹ ਭੈ ਤੋਂ ਰਹਿਤ ਵਾਹਿਗੁਰੂ ਨੂੰ ਜਪਿਆ, ਉਹਨਾਂ ਦੇ ਹਰ ਪ੍ਰਕਾਰ ਦੇ ਭੈ, ਹਰ ਪ੍ਰਕਾਰ ਦੇ ਡਰ, ਹਰ ਪ੍ਰਕਾਰ ਦੇ ਝੋਰੇ, ਚਿੰਤਾਵਾਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀ ਖਤਮ ਹੋ ਜਾਂਦੀਆਂ ਹਨ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ। ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਜੋ ਪਿਛਲਾ ਸਮਾਂ ਜਿਵੇਂ ਬੀਤ ਗਿਆ ਸੋ ਬੀਤ ਗਿਆ, ਅਗਾਂਹ ਨੂੰ ਸਮਝ ਕੇ ਚੱਲੀਏ। ਜੇ ਸਤਿਗੁਰੂ ਜੀ ਤੋਂ ਬੇਮੁਖ ਹੋਏ ਐ ਤਾਂ ਸਤਿਗੁਰੂ ਦੇ ਸਨਮੁਖ ਹੋਣ ਦਾ ਯਤਨ ਕਰੀਏ। ਜੇ ਨਗੋਰਿਆਂ ਦਾ ਜੀਵਨ ਲੰਘਿਆ ਤੇ ਸਾਧ ਸੰਗਤ ਜੀ ਗੁਰੂ ਵਾਲੇ ਬਣ ਕੇ ਜੀਵਨ ਨੂੰ ਬਤੀਤ ਕਰੀਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਵੇਲੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਿਆਗਿਆ, ਛੱਡਿਆ ਹੈ, ਦੀਨ ਇਮਾਨ ਤੋਂ ਗਰਕੇ ਹੋਏ ਲੋਕਾਂ ਨੇ ਪਿੱਛੋਂ ਹਮਲਾਵਰ ਹੋ ਕੇ ਹਮਲਾ ਕਰ ਦਿੱਤਾ। ਗੁਰੂ ਕੇ ਸਿੰਘ ਬੜੀ ਤਨਦੇਹੀ ਦੇ ਨਾਲ ਜੂਝੇ। ਸਰਸਾ ਨਦੀ ਨੂੰ ਪਾਰ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਸਾਧ ਸੰਗਤ ਜੀ 3 ਹਿੱਸਿਆਂ ਵਿੱਚ ਵੰਡਿਆ ਗਿਆ। ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਵੱਲ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਜੀ ਤੇ ਸਾਧ ਸੰਗਤ ਇਤਿਆਦਿਕ ਕੁਝ ਹੋਰ ਸਿੱਖ, ਉਹ ਸਾਧ ਸੰਗਤ ਜੀ ਦਿੱਲੀ ਵੱਲ ਨੂੰ ਚਲੇ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਡੇ ਸਾਹਿਬਜ਼ਾਦੇ ਔਰ 5 ਪਿਆਰਿਆਂ ਦੇ ਸਮੇਤ ਚਮਕੌਰ ਦੀ ਗੜੀ ਵਿੱਚ ਜਾ ਪਹੁੰਚੇ। ਚਮਕੌਰ ਦੀ ਗੜੀ ਦਾ ਭਾਰੀ ਜੰਗ ਹੋਇਆ। 3 ਪਿਆਰਿਆਂ ਦੀ ਸ਼ਹਾਦਤ ਹੋਈ, ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ। ਸਤਿਗੁਰੂ ਜੀ ਨੇ ਆਪ ਜਕਾਰੇ ਛੱਡੇ। ਖਾਲਸਾ ਪੰਥ ਦਾ ਹੁਕਮ ਮੰਨਦਿਆਂ ਹੋਇਆ ਸਤਿਗੁਰੂ ਜੀ ਨੇ ਤਾੜੀ ਮਾਰ ਕੇ ਪੀਰੇ ਹਿੰਦ ਮੇਂ ਰਵੱਦ ਕਹਿ ਕੇ, ਹਿੰਦ ਦਾ ਪੀਰ ਜਾ ਰਿਹਾ, ਜੇ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਵੋ। ਚਮਕੌਰ ਦੀ ਗੜੀ ਨੂੰ ਛੱਡਿਆ, ਮਾਛੀਵਾੜੇ ਦੇ ਜੰਗਲਾਂ ਵਿੱਚ ਚਲੇ ਗਏ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਵੱਖ-ਵੱਖ ਪਿੰਡਾਂ, ਸ਼ਹਿਰਾਂ, ਨਗਰਾਂ ਦੇ ਵਿੱਚੋਂ ਹੁੰਦੇ ਹੋਏ ਕਨੇਚ ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਆਲਮਗੀਰ ਸਾਹਿਬ, ਲੰਮਾ ਜੱਟਪੁਰਾ, ਰਾਏ ਕੱਲੇ ਦੇ ਕੋਲ ਰਾਏਕੋਟ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨੂਰੇ ਮਾਹੀ ਨੇ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਦੀ ਖਬਰ ਲਿਆ ਕੇ ਦਿੱਤੀ।
ਤੁਰਕ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਬਚਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਥੋਂ ਵੱਖੋ ਵੱਖ ਨਗਰਾਂ ਦੇ ਰਾਹੀਂ ਹੁੰਦੇ ਹੋਏ ਮਾਲਵੇ ਦੀ ਧਰਤੀ ਦੇ ਉੱਤੇ ਦੀਨਾ ਕਾਂਗੜ ਪਹੁੰਚੇ ਹਨ। ਦੀਨਾ ਕਾਂਗੜ ਪਹੁੰਚ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੀ ਫਤਿਹ ਦੀ ਚਿੱਠੀ, ਜਿੱਤ ਦੀ ਚਿੱਠੀ, ਜ਼ਫਰਨਾਮਾ ਫਾਰਸੀ ਭਾਸ਼ਾ ਵਿੱਚ ਲਿਖ ਕੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਨੂੰ ਦੇ ਕੇ ਔਰੰਗਜ਼ੇਬ ਦੇ ਵੱਲ ਔਰੰਗਾਬਾਦ ਦੀ ਧਰਤੀ ਦੇ ਉੱਤੇ ਭੇਜਿਆ ਹੈ, ਜਿਸ ਨੂੰ ਪੜ੍ਹ ਕੇ ਦੁਸ਼ਟ ਔਰੰਗੇ ਦਾ ਖਾਤਮਾ ਹੋ ਜਾਣਾ ਹੈ। ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਲਵੇ ਦੇ ਵੱਖ-ਵੱਖ ਨਗਰਾਂ ਵਿੱਚ ਹੁੰਦੇ ਹੋਏ ਕੋਟਕਪੂਰੇ ਪਹੁੰਚੇ ਹਨ। ਕਾਫੀ ਸਿੰਘ, ਕਾਫੀ ਸੰਗਤਾਂ ਸਤਿਗੁਰੂ ਜੀ ਦੇ ਨਾਲ ਹੋ ਗਈਆਂ। ਚੌਧਰੀ ਕਪੂਰਾ ਸੀ ਜਿਹੜਾ ਸਾਧ ਸੰਗਤ ਕੋਟਕਪੂਰੇ ਦਾ ਚੌਧਰੀ, ਉਹਨੇ ਬੜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ, ਆਦਰ ਸਤਿਕਾਰ ਕੀਤਾ, ਭਾਵਨਾ ਦੇ ਨਾਲ ਸੇਵਾ ਕੀਤੀ। ਸਤਿਗੁਰੂ ਸਾਹਿਬ ਜੀ ਨੂੰ ਘੋੜਾ ਵੀ ਭੇਟਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਵੇਲੇ ਕਪੂਰੇ ਨੂੰ ਕਹਿਣ ਲੱਗੇ, ਕਹਿੰਦੇ ਕਪੂਰੇ ਤੇਰੀ ਸੇਵਾ ਤੋਂ ਅਸੀਂ ਬੜੇ ਪ੍ਰਸੰਨ ਹਾਂ, ਤੇ ਕਹਿੰਦੇ ਸਾਨੂੰ ਪਤਾ ਲੱਗਿਆ ਹੈ ਕਿ ਸਾਡੇ ਪਿੱਛੇ ਸਰਹੰਦ ਦਾ ਸੂਬਾ ਖਾਨ ਵਜੀਦਾ ਉਹ 7000 ਫੌਜ ਲੈ ਕੇ ਚੜ੍ਹਿਆ ਹੋਇਆ ਹੈ, ਉਸ ਨੂੰ ਸੂਹ ਮਿਲ ਗਈ ਹੈ, ਖਬਰ ਮਿਲ ਗਈ ਹੈ ਕਿ ਅਸੀਂ ਆ ਤੇਰੇ ਇਲਾਕੇ ਵਿੱਚ ਆਏ ਹੋਏ ਆ, ਆ ਜਿਹੜਾ ਤੇਰਾ ਕਿਲ੍ਹਾ ਨਾ ਸਾਨੂੰ ਇਹ ਲੜਾਈ ਲੜਨ ਵਾਸਤੇ ਦੇ ਦੇ। ਜਦੋਂ ਸਾਧ ਸੰਗਤ ਜੀ ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਪੂਰੇ ਨੂੰ, ਹੈ ਤਾਂ ਸ਼ਰਧਾ ਭਾਵਨਾ ਵਾਲਾ ਸਿੱਖ ਸੀ ਬਰਾੜ ਇਹ ਜ਼ਿਮੀਂਦਾਰ ਭਾਈ ਕਪੂਰਾ, ਪਰ ਸਾਧ ਸੰਗਤ ਜੀ ਫਿਰ ਵੀ ਇਹ ਮੁਗਲਾਂ ਦਾ, ਸਰਕਾਰ ਦਾ ਪੱਖ ਬਹੁਤ ਰੱਖਦਾ ਸੀ। ਇਸ ਨੂੰ ਇਹ ਹੁੰਦਾ ਸੀ ਹਮੇਸ਼ਾ ਕਿਤੇ ਸਰਕਾਰ ਮੇਰੇ ਨਾਲ ਨਾਰਾਜ਼ ਨਾ ਹੋ ਜਾਵੇ, ਮੇਰਾ ਚੌਧਰਪੁਣਾ ਨਾ ਖੁੱਸ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਨਾ ਕਰ ਦਿੱਤਾ ਇਸਨੇ ਆਪਣਾ ਕਿਲ੍ਹਾ ਦੇਣ ਤੋਂ, ਤੇ ਸਹਿਜ ਸੁਭਾਈ ਬਚਨ ਕਰ ਦਿੱਤਾ। ਕਹਿੰਦਾ ਮਹਾਰਾਜ ਆਪ ਜੀ ਆਪਣਾ ਅਨੰਦਪੁਰ ਸਾਹਿਬ ਤਾਂ ਉਜਾੜ ਕੇ ਆ ਗਏ ਹੋ, ਆ ਹੁਣ ਮੇਰਾ ਕਿਲ੍ਹਾ ਹੈ ਜਿਹੜਾ, ਮਹਾਰਾਜ ਸੱਚੇ ਪਾਤਸ਼ਾਹ ਕਿਤੇ ਇਹ ਮੇਰਾ ਘਰ ਵੀ ਨਾ ਉਜਾੜ ਦਿਓ। ਜਦੋਂ ਆਹ ਬਚਨ ਆਖੇ ਨਾ ਤਾਂ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੋੜਵੇਂ ਜਿਹੜੇ ਬਚਨ ਕਪੂਰੇ ਨੂੰ ਆਖੇ, ਸਤਿਗੁਰੂ ਕਹਿਣ ਲੱਗੇ ਕਪੂਰਿਆ, ਕਹਿੰਦੇ ਤੂੰ ਕਪੂਰਾ ਨਹੀਂ ਓ, ਤੂੰ ਮੁਗਲਾਂ ਦਾ ਕਤੂਰਾ ਹੀ ਰਿਹਾ। ਕਹਿੰਦੇ ਚੇਤੇ ਰੱਖੀ ਤੁਰਕ ਰਾਜ ਦੀ ਤਾਂ ਅਸੀਂ ਜੜ ਪੱਟ ਕੇ ਖਾਰੇ ਸਮੁੰਦਰ ਵਿੱਚ ਪਾ ਹੀ ਦਿੱਤੀ ਹੈ, ਪਰ ਤੇਰਾ ਅੰਤ ਵੀ ਆਹ ਤੁਰਕ ਹੀ ਕਰਨਗੇ। ਤੇਰੇ ਮੂੰਹ ਦੇ ਉੱਤੇ ਗੰਦਗੀ ਦਾ ਥੋਬੜਾ ਚਾੜ ਕੇ ਤੇ ਫੇਰ ਤੈਨੂੰ ਫਾਹਾ ਦੇ ਕੇ ਮਾਰਨਗੇ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਬਚਨ ਕਰਕੇ ਉੱਥੋਂ ਅਗਾਂਹ ਚਲੇ ਗਏ ਸਨ। ਇੱਥੋਂ ਸਾਧ ਸੰਗਤ ਜੀ ਵੱਖ-ਵੱਖ ਨਗਰਾਂ ਦੇ ਵਿੱਚੋਂ ਹੁੰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਮੁਕਤਸਰ ਸਾਹਿਬ ਵੱਲ ਨੂੰ ਹੋ ਤੁਰੇ। ਰਸਤੇ ਦੇ ਵਿੱਚ ਨਗਰ ਰਾਮੇਆਣਾ ਆਉਂਦਾ ਹੈ, ਉਸ ਰਾਮੇਆਣੇ ਨਗਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਪਹੁੰਚੇ ਹੈ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਥੋੜੇ ਸਮੇਂ ਬਾਅਦ ਫਲੀਭੂਤ ਹੋਏ ਸਨ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚ ਗਏ ਸਨ ਨਾ, ਉਸ ਵੇਲੇ ਖਬਰ ਮਿਲੀ ਸੀ ਮਹਾਰਾਜ ਕੋਟ ਈਸੇ ਖਾਂ ਵਾਲਾ ਜਿਹੜਾ ਈਸੇ ਖਾਂ ਪਠਾਨ ਹੈ, ਉਹਨੇ ਕਪੂਰੇ ਦੇ ਮਹਿਲ ਦੇ ਉੱਤੇ, ਕਿਲੇ ਉੱਤੇ ਹਮਲਾ ਕਰਕੇ ਤੇ ਇਹਨੂੰ ਅੰਦਰੋਂ ਗ੍ਰਿਫਤਾਰ ਕਰ ਲਿਆ। ਜਿਹੜਾ ਘੋੜਿਆਂ ਦੇ ਘਾਹ ਦੇ ਵਿੱਚ ਛੁਪ ਗਿਆ ਸੀ ਕਪੂਰਾ, ਇਹਨੂੰ ਗ੍ਰਿਫਤਾਰ ਕਰਕੇ ਸਾਧ ਸੰਗਤ ਜੀ ਜਦੋਂ ਇਹ ਈਸੇ ਖਾਨ ਲੈ ਕੇ ਜਾਣ ਲੱਗਿਆ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਇਹ ਤੁਰਕ ਦੇ ਮੁਗਲ ਦੇ ਮਨ ਵਿੱਚ ਵਿਚਾਰ ਆਇਆ ਵੀ ਐਵੇਂ ਕਾਹਨੂੰ ਗੱਡੇ ਦੇ ਉੱਤੇ ਜੱਟ ਲੱਦਿਆ ਹੋਇਆ ਹੈ, ਇਹਨੂੰ ਲਾਹੋ ਰਾਹ ਦੇ ਵਿੱਚ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਵੀ ਥੱਲੇ ਲਾਓ, ਇਹਨੂੰ ਕਾਹਨੂੰ ਲੱਦ ਕੇ ਆਪਾਂ ਲਈ ਜਾਂਦੇ ਹਾਂ, ਨਾਲੇ ਤੋਂ ਕਰਾਉਣਾ ਕੀ ਆ। ਤਾਂ ਸਾਧ ਸੰਗਤ ਜੀ ਇਹਨਾਂ ਨੇ ਲਾ ਲਿਆ। ਕਹਿੰਦੇ ਜੀ ਈਸੇ ਖਾਨ ਸਾਹਿਬ ਪਠਾਨ ਸਾਹਿਬ ਛੱਡ ਦਈਏ ਇਹਨੂੰ? ਕਹਿੰਦਾ ਨਹੀਂ, ਛੱਡਣਾ ਨਹੀਂ, ਜੇ ਛੱਡ ਦਿੱਤਾ ਤਾਂ ਕੱਲ ਨੂੰ ਹੋਰ ਕੋਈ ਵੱਡੀ ਬਗਾਵਤ ਖੜੀ ਕਰੇਗਾ, ਸਾਡੇ ਵਾਸਤੇ ਖਤਰਾ ਬਣੇਗਾ। ਆ ਜਿਹੜਾ ਸਾਹਮਣੇ ਜੰਡ ਦਾ ਦਰਖਤ ਆ ਨਾ, ਇਹਦੇ ਗਲ ਵਿੱਚ ਰੱਸਾ ਪਾ ਕੇ ਤੇ ਇੱਥੇ ਟੰਗ ਦੇ, ਉਹਨੂੰ ਫਾਹਾ ਦੇ ਦਿਓ, ਕਿਉਂਕਿ ਸਤਿਗੁਰੂ ਦੇ ਬਚਨ ਤਾਂ ਪੂਰੇ ਹੋਣੇ ਸੀ ਨਾ। ਜਦੋਂ ਸਾਧ ਸੰਗਤ ਦਾ ਬਚਨ ਹੋਏ, ਕਪੂਰੇ ਨੂੰ ਵੀ ਉਸੇ ਵੇਲੇ ਸਤਿਗੁਰੂ ਦੇ ਬਚਨ ਯਾਦ ਆ ਗਏ। ਕਹਿਣ ਲੱਗਾ ਜੀ ਮੇਰੀ ਇੱਕ ਆਖਰੀ ਇੱਛਾ ਪੂਰੀ ਕਰ ਦਿਓ। ਉਹ ਕਹਿੰਦੇ ਦੱਸ। ਕਹਿੰਦਾ ਜੀ ਪਹਿਲਾਂ ਤਾਂ ਮੈਂ ਨਹਾਉਣਾ ਚਾਹੁੰਦਾ, ਕੋਲ ਇੱਕ ਛੱਪੜ ਸੀ, ਕਹਿੰਦੇ ਇੱਥੇ ਨਹਾ ਲੈ। ਇਹ ਨਹਾ ਲਿਆ। ਕਹਿੰਦੇ ਵੀ ਆ ਹੁਣ ਤੈਨੂੰ ਫਾਹਾ ਦੇ ਦਈਏ। ਕਹਿਣ ਲੱਗਾ ਜੀ ਇੱਕ ਇੱਛਾ ਹੋਰ ਹੈ। ਕਹਿੰਦੇ ਕੀ? ਕਹਿੰਦਾ ਇਸ ਤਰ੍ਹਾਂ ਕਰੋ, ਗੰਦਗੀ ਇਕੱਠੀ ਕਰੋ ਇੱਕ ਲਿਫਾਫੇ ਵਿੱਚ, ਇੱਕ ਬੋਰੇ ਵਿੱਚ ਪਾ ਕੇ ਤੇ ਮੇਰੇ ਮੂੰਹ ਦੇ ਉੱਤੇ ਉਹ ਚਾੜ ਦਿਓ। ਉਹ ਕਹਿੰਦੇ ਵੀ ਆ ਤੇਰੀ ਕਿਹੋ ਜੀ ਮੰਗ ਹੈ? ਲੋਕ ਤਾਂ ਚਲੋ ਇਸ਼ਨਾਨ ਕਰਨ ਵਾਲੀ ਤਾਂ ਮੰਗ ਮੰਨ ਲਈ ਤੇਰੀ, ਵੀ ਪਵਿੱਤਰ ਹੋ ਕੇ ਮਰਨਾ ਚਾਹੁੰਦਾ ਹੈ, ਪਲੀਤ ਹੋ ਕੇ ਨਹੀਂ ਮਰਨਾ। ਭਰਾ ਕਹਿੰਦੇ ਗੰਦਗੀ ਮੂੰਹ ਦੇ ਉੱਤੇ ਲਵਾ ਕੇ ਤੇ ਕਹਿੰਦੇ ਤੂੰ ਤਾਂ ਫਿਰ ਪਲੀਤ ਹੋ ਜਾਏਗਾ, ਫਿਰ ਨਹਾਉਣਾ ਕਾਹਦੇ ਵਾਸਤੇ ਸੀ? ਕਹਿਣ ਲੱਗਾ ਨਹੀਂ ਭਾਈ, ਇਹ ਮੇਰੇ ਸਤਿਗੁਰੂ ਜੀ ਦਾ ਬਚਨ ਹੈ,
ਜੇ ਬਚਨ ਮੈਂ ਹੁਣ ਨਾ ਪੂਰਾ ਕੀਤਾ, ਤੁਸੀਂ ਹੁਣ ਨਾ ਗੰਦ ਦਾ ਤੋਬਰਾ ਮੇਰੇ ਮੂੰਹ ਦੇ ਉੱਤੇ ਚਾੜਿਆ, ਤੇ ਕਹਿੰਦਾ ਹੋ ਸਕਦਾ ਮੈਨੂੰ ਫਿਰ ਇਹ ਸਜ਼ਾ ਭੁਗਤਣ ਵਾਸਤੇ, ਸਤਿਗੁਰੂ ਦਾ ਬਚਨ ਪੂਰਾ ਕਰਨ ਵਾਸਤੇ ਹੋਰ ਜਨਮ ਲੈਣਾ ਪਵੇ। ਇਸ ਕਰਕੇ ਮੈਂ ਚਾਹੁੰਦਾ ਵੀ ਐਸੇ ਜਨਮ ਦੇ ਵਿੱਚ ਕੰਮ ਨਿਬੜ ਜਾਵੇ, ਤੁਸੀਂ ਮੇਰੀ ਇਹ ਇੱਛਾ ਜ਼ਰੂਰ ਪੂਰੀ ਕਰੋ। ਉਹਨਾਂ ਨੇ ਸਾਧ ਸੰਗਤ ਉਸੇ ਤਰ੍ਹਾਂ ਕੀਤਾ, ਗੰਦਗੀ ਇਕੱਠੀ ਕੀਤੀ ਤੇ ਤੋਬਰਾ ਇਹਦੇ ਮੂੰਹ ਦੇ ਉੱਤੇ ਚਾੜ ਕੇ ਤੇ ਸਾਧ ਸੰਗਤ ਜੀ ਨੂੰ ਫਾਹਾ ਦੇ ਕੇ ਮਾਰ ਦਿੱਤਾ ਸੀ। ਉਹ ਸਤਿਗੁਰੂ ਦੇ ਬਚਨ ਫਲੀਭੂਤ ਹੋਏ ਸਨ, ਜਿਹੜੇ ਚੌਧਰੀ ਕਪੂਰੇ ਨੂੰ ਸਤਿਗੁਰੂ ਨੇ ਕੀਤੇ ਸਨ। ਸਤਿਗੁਰੂ ਜੀ ਇੱਥੇ ਕੋਟ ਕਪੂਰੇ ਤੋਂ ਚੱਲ ਕੇ ਸਾਧ ਸੰਗਤ ਰਾਮਿਆਣੇ ਨਗਰ ਵਿਖੇ ਪਹੁੰਚੇ। ਰਾਮਿਆਣੇ ਨਗਰ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਨੂੰ ਆ ਕੇ ਮਿਲੀਆਂ। ਮਾਝੇ ਦੇ ਬਹੁਤ ਸਾਰੇ ਜਰਨੈਲ, ਪਿੰਡਾਂ ਦੀਆਂ ਪੰਚਾਇਤਾਂ, ਲਾਹੌਰ ਦੀਆਂ ਸੰਗਤਾਂ ਸਤਿਗੁਰੂ ਨੂੰ ਆ ਕੇ ਮਿਲੀਆਂ। ਸਤਿਗੁਰੂ ਦੇ ਦਰਸ਼ਨ ਕਰਕੇ ਸਭ ਬੜੇ ਪ੍ਰਸੰਨ ਹੋਏ। ਮਹਾਰਾਜ ਆਨੰਦਪੁਰ ਸਾਹਿਬ ਤੋਂ ਬਾਅਦ ਅੱਜ ਤੁਹਾਡੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਮਿਲਿਆ ਤੇ ਆਪ ਜੀ ਮਹਾਰਾਜ ਜੇ ਸਾਡੀ ਸੰਗਤ ਦੀ ਬੇਨਤੀ ਮੰਨੋ ਤਾਂ ਸਾਡਾ ਇੱਕ ਸੁਝਾਅ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਂ ਭਾਈ ਦੱਸੋ। ਇਹ ਮਾਝੇ ਦੇ ਸਿੰਘ ਕਹਿਣ ਲੱਗੇ, ਕਹਿੰਦੇ ਮਹਾਰਾਜ ਜੇ ਆਪ ਜੀ ਸਾਡੀ ਬੇਨਤੀ ਮੰਨੋ ਤਾਂ ਆਪਾਂ ਨੂੰ ਮੁਗਲਾਂ ਦੇ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ, ਰਾਜੀਨਾਮਾ ਕਰ ਲੈਣਾ ਚਾਹੀਦਾ। ਦੇਖੋ ਲੜਾਈ ਝਗੜੇ ਵਿੱਚ ਕੀ ਰੱਖਿਆ, ਆਪਾਂ ਕਿੰਨਾ ਸਮਾਂ ਆਨੰਦਪੁਰ ਸਾਹਿਬ ਲੜਾਈਆਂ ਲੜਦਿਆਂ ਲੰਘਾ ਹੀ ਦਿੱਤਾ, ਫਿਰ ਵੀ ਆਨੰਦਪੁਰ ਸਾਹਿਬ ਛੱਡਣਾ ਪਿਆ। ਆਪ ਜੀ ਦਾ ਸਰਬੰਸ ਸਾਰਾ ਸ਼ਹੀਦ ਹੋ ਗਿਆ, ਸਾਰਾ ਪਰਿਵਾਰ। ਮਹਾਰਾਜ ਤੁਹਾਨੂੰ ਕਿਵੇਂ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਚਰਨੀ ਵਿਚਰਨਾ ਪਿਆ। ਜੇ ਮਹਾਰਾਜ ਆਪਾਂ ਸਰਕਾਰ ਨਾਲ ਸਮਝੌਤਾ ਕਰਕੇ ਮਿਲ ਜੁਲ ਕੇ ਚੱਲਦੇ ਤੇ ਫਿਰ ਤਾਂ ਆਪਣਾ ਨੁਕਸਾਨ ਨਹੀਂ ਸੀ ਹੋਣਾ ਨਾ। ਜਦੋਂ ਸੰਗਤ ਨੇ ਸਾਧ ਸੰਗਤ ਦੇ ਮਾਝੇ ਦੇ ਸਿੰਘਾਂ ਨੇ ਆਹ ਬਚਨ ਕੀਤੇ, ਮਹਾਰਾਜ ਸੱਚੇ ਪਾਤਸ਼ਾਹ ਇੱਕਦਮ ਵੀਰ ਰਸ ਦੇ ਵਿੱਚ ਆ ਗਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਸਾਡੇ ਪੜਦਾਦਾ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਜਾ ਰਿਹਾ ਸੀ ਤੇ ਉਦੋਂ ਤੁਸੀਂ ਆ ਸਮਝੌਤੇ ਵਾਲੇ ਬੰਦੇ ਕਿੱਥੇ ਸੀ? ਉਦੋਂ ਕਿਉਂ ਨਾ ਜਾ ਕੇ ਉਹਨਾਂ ਨੂੰ ਸਮਝਾਇਆ ਵੀ ਸੁਲ੍ਹਾ ਕਰ ਲੈਣੀ ਚਾਹੀਦੀ ਹੈ? ਕਿਉਂ ਨਾ ਮੁਗਲਾਂ ਨੂੰ, ਤੁਰਕਾਂ ਨੂੰ ਜ਼ੁਲਮ ਕਰਨ ਤੋਂ ਰੋਕਿਆ? ਸਾਨੂੰ ਦੱਸਣ ਆ ਗਏ ਹੋ। ਫਿਰ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੀਸ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ। ਉਦੋਂ ਤੁਸੀਂ ਆ ਸੁਲ੍ਹਾ ਸਫਾਈਆਂ ਕਰਾਉਣ ਵਾਲੇ ਕਿੱਥੇ ਸੀ? ਉਦੋਂ ਕਿਉਂ ਨਾ ਕਰਵਾਈਆਂ ਸੁਲ੍ਹਾ ਸਫਾਈਆਂ? ਆ ਸਾਡਾ ਸਾਰਾ ਸਰਬੰਸ ਕੁਰਬਾਨ ਹੋ ਗਿਆ। ਉਦੋਂ ਜਾ ਕੇ ਮੁਗਲਾਂ ਨੂੰ ਤਾਂ ਤੁਸੀਂ ਆਹ ਗੱਲਾਂ ਜਾ ਕੇ ਸਮਝਾਈਆਂ ਨਾ, ਸਾਨੂੰ ਸਮਝਾਉਣ ਆ ਗਏ ਹੋ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਕਦਾਚਿਤ ਐਸਾ ਨਹੀਂ ਹੋ ਸਕਦਾ। ਇਹ ਸਾਧ ਸੰਗਤ ਜਿਹੜੇ ਮਾਝੇ ਦੇ ਸਿੰਘ ਸਨ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੇਖ ਲਓ, ਜੇ ਸਾਡੀ ਗੱਲ ਮੰਨਣੀ ਆ ਤਾਂ ਨਹੀਂ ਫਿਰ ਅਸੀਂ ਤੁਹਾਡੇ ਕੋਲੇ ਆਉਣਾ ਜਾਣਾ ਛੱਡ ਦੇਣਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਭਾਈ ਤੁਹਾਡੀ ਮਰਜ਼ੀ ਹੈ। ਹੁਣ ਸਾਧ ਸੰਗਤ ਵਿਚਾਰ ਕਰਿਓ, ਸਾਨੂੰ ਗੁਰੂ ਦੀ ਲੋੜ ਹੈ, ਗੁਰੂ ਨੂੰ ਸਾਡੀ ਲੋੜ ਥੋੜ੍ਹੀ ਹੈ। ਗੁਰੂ ਕੋਲ ਤਾਂ ਸਾਡੇ ਵਰਗੇ ਪਤਾ ਹੀ ਨਹੀਂ ਕਿੰਨੇ ਕੀੜੇ ਮਕੌੜੇ ਤੁਰੇ ਫਿਰਦੇ ਐ। ਸਾਡੇ ਵਰਗੇ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜਿੰਨੇ ਮਰਜ਼ੀ ਪੈਦਾ ਕਰ ਸਕਦੇ ਆ। ਸਾਧ ਸੰਗਤ ਜੀ ਇਹ ਥੋੜੇ ਜਿਹੇ ਹਉਮੈ ਹੰਕਾਰ ਵਿੱਚ ਆ ਕੇ ਕਹਿਣ ਲੱਗੇ, ਕਹਿੰਦੇ ਚੰਗਾ ਮਹਾਰਾਜ ਫਿਰ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ, ਸਾਡੇ ਕਹੇ ਤੇ ਸਮਝੌਤਾ ਨਹੀਂ ਕਰਦੇ ਨਾ, ਤੇ ਫਿਰ ਚਲੋ ਫਿਰ ਅੱਜ ਤੋਂ ਫਿਰ ਸਾਡਾ ਤੁਹਾਡੇ ਨਾਲ ਕੋਈ ਨਾਤਾ ਨਹੀਂ ਰਿਹਾ। ਮਹਾਰਾਜ ਕਹਿੰਦੇ ਭਾਈ ਇਉਂ ਜਵਾਨੀ ਗੁਲਾਮੀ ਨਹੀਂ, ਫਿਰ ਕਹਿੰਦੇ ਲਿਖ ਕੇ ਦੇ ਕੇ ਜਾਓ। ਸਤਿਗੁਰੂ ਕਹਿੰਦੇ ਤੁਸੀਂ ਗੱਲ ਨੂੰ ਸਮਝਦੇ ਨਹੀਂ ਹੋ। ਜਫਰਨਾਮਾ ਅਸੀਂ ਲਿਖ ਦਿੱਤਾ ਹੈ, ਤੁਰਕ ਰਾਜ ਦੀ ਜੜ ਪੁੱਟਣ ਦੇ ਵਚਨ 2-3 ਦਫਾ ਅਸੀਂ ਕਰ ਚੁੱਕੇ ਹਾਂ। ਪੜ੍ਹ ਕੇ ਇਹਨੇ ਮਰ ਜਾਣਾ। ਔਰੰਗਜ਼ੇਬ ਨੇ ਜਫਰਨਾਮੇ ਨੂੰ, ਖਾਲਸੇ ਦਾ ਰਾਜ ਅਸੀਂ ਕਾਇਮ ਕਰਨ ਦੀਆਂ ਗੱਲਾਂ ਕਰ ਰਹੇ ਹਾਂ ਤੇ ਹੁਣ ਤੁਸੀਂ ਸਾਨੂੰ ਕਹਿੰਦੇ ਹਕੂਮਤ ਦੇ ਹੇਠਾਂ ਲੱਗ ਕੇ ਚੱਲੀਏ। ਸਤਿਗੁਰੂ ਕਹਿੰਦੇ ਐਸਾ ਨਹੀਂ ਹੋ ਸਕਦਾ। ਕਹਿੰਦੇ ਮਹਾਰਾਜ ਫਿਰ ਚਲੋ ਫਿਰ ਆਪਣਾ ਅੱਜ ਤੋਂ ਕੋਈ ਸੰਬੰਧ ਨਹੀਂ। ਮਹਾਰਾਜ ਕਹਿੰਦੇ ਆ ਜ਼ਬਾਨੀ ਕਲਾਮੀ ਨਹੀਂ, ਫਿਰ ਕਹਿੰਦੇ ਲਿਖ ਕੇ ਦੇ ਜਾਓ। ਇਹਨਾਂ ਨੇ ਸਾਧ ਸੰਗਤ ਕਾਗਜ਼ ਦੇ ਉੱਤੇ ਲਿਖ ਕੇ ਥੱਲੇ ਸਾਈਨ ਕਰਕੇ ਦੇ ਦਿੱਤਾ ਕਿ ਮਹਾਰਾਜ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਬੇਦਾਵਾ ਲਿਖ ਦਿੱਤਾ। ਬੇਮੁਖ ਹੋ ਗਏ ਸਤਿਗੁਰੂ ਸੱਚੇ ਪਾਤਸ਼ਾਹ। ਸਤਿਗੁਰੂ ਦੀ ਬਾਣੀ ਦੇ ਵਚਨ ਹਨ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀ ਆ ਜਾਏ। ਸਾਧ ਸੰਗਤ ਜੀ ਗੁਰੂ ਤੋਂ ਜਿਹੜਾ ਬੇਮੁਖ ਹੋਇਆ ਨਾ, ਉਹ ਸਾਧ ਸੰਗਤ ਗੁਰੂ ਹੀ ਉਹਨੂੰ ਦੁਬਾਰਾ ਮਿਲ ਸਕਦਾ। ਆਪਣੇ ਨਾਲ ਹੋਰ ਕੋਈ ਸਾਧਨ ਨਹੀਂ ਹੈ, ਹੋਰ ਕੋਈ ਤਰੀਕਾ ਨਹੀਂ ਹੈ ਕਿ ਉਹ ਬਖਸ਼ਿਆ ਜਾ ਸਕੇ। ਗੁਰੂ ਬਖਸ਼ੇ ਤਾਂ ਬਖਸ਼ੇ, ਨਹੀਂ ਸਾਧ ਸੰਗਤ ਬੇਮੁਖ ਹੋਏ ਨੂੰ ਤਾਂ ਸਾਧ ਸੰਗਤ ਕਿਤੇ ਵੀ ਢੋਈ ਨਹੀਂ ਹੈ, ਨਾ ਲੋਕ ਦੇ ਵਿੱਚ ਨਾ ਪਰਲੋਕ ਵਿੱਚ। ਫਿਰ ਉਹ ਜਨਮਾਂ ਜਨਮਾਂਤਰਾਂ ਦੇ ਚੱਕਰਾਂ ਦੇ ਵਿੱਚ ਭੌਂਦਾ ਰਹਿੰਦਾ, ਭਟਕਦਾ ਰਹਿੰਦਾ। ਜਿਵੇਂ ਪਹਿਲੇ ਜਾਮੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਭਾਈ ਮੂਲਾ ਬੇਮੁਖ ਹੋਇਆ ਨਾ, ਘਰ ਵਾਲੀ ਨੂੰ ਕਹਿ ਦਿੱਤਾ ਕਿ ਝੂਠ ਬੋਲਦੇ ਕਿ ਮੂਲਾ ਤਾਂ ਘਰ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਆ ਭਾਈ ਮੂਲਾ, ਕਹਿੰਦੀ ਜੀ ਉਹ ਤਾਂ ਨਹੀਂ ਹੈ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ, ਜੇ ਨਹੀਂ ਤਾਂ ਫਿਰ ਨਹੀਂ ਹੈਗਾ। ਫਿਰ ਇਉਂ ਮੂਲੇ ਦੇ ਸੱਪ ਲੜ ਗਿਆ ਸੀ, ਉਹ ਪਾਥੀਆਂ ਦੇ ਵਿੱਚੋਂ ਨਿਕਲ ਕੇ ਬੇਮੁਖ ਹੋ ਕੇ ਮਰਿਆ ਸੀ। ਬਾਅਦ ਵਿੱਚ ਸਤਿਗੁਰੂ ਜੀ ਤੋਂ ਬਖਸ਼ਾਉਣ ਵਾਸਤੇ ਲੈ ਕੇ ਗਏ ਸਨ ਚੱਕ ਕੇ ਦੀ ਲਾਸ਼ ਨੂੰ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਹੁਣ ਸਮਾਂ ਲੰਘ ਗਿਆ, 10ਵੇਂ ਜਾਮੇ ਵਿੱਚ ਬਖਸ਼ਾਂਗੇ। ਉਹ ਪਹਿਲੇ ਜਾਮੇ ਦਾ ਬੇਮੁਖ ਹੋਇਆ ਤੇ ਹਜੂਰ ਸਾਹਿਬ ਦੀ ਧਰਤੀ ਸ਼ਿਕਾਰ ਘਾਟ ਵਾਲੀ ਜਗ੍ਹਾ ਦੇ ਉੱਤੇ ਸਹੇ ਦਾ ਸ਼ਿਕਾਰ ਸਤਿਗੁਰੂ ਨੇ ਜਦੋਂ ਤੀਰ ਦੇ ਨਾਲ ਕੀਤਾ, ਉੱਥੇ ਭਾਈ ਮੂਲੇ ਦੀ ਆਤਮਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੁਕਤੀ ਬਖਸ਼ਿਸ਼ ਕੀਤੀ ਸੀ। ਇਉਂ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਜਿਹੜਾ ਬੇਮੁਖ ਹੋ ਜਾਂਦਾ, ਜੇ ਤਾਂ ਆ ਕੇ ਸਤਿਗੁਰੂ ਤੋਂ ਬਖਸ਼ਾ ਲਈਏ ਤੇ ਗੁਰੂ ਸਾਧ ਸੰਗਤ ਜੀ ਬਖਸ਼ਿੰਦ ਪਿਤਾ ਬਖਸ਼ ਵੀ ਦਿੰਦਾ। ਜੈਸਾ ਬਾਰਿਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ। ਜਿਵੇਂ ਸਾਧ ਸੰਗਤ ਮਾਤਾ ਪਿਤਾ ਤੋਂ ਕੋਈ ਬੱਚਾ ਬੇਮੁਖ ਹੋ ਜਾਵੇ ਤੇ ਬਾਅਦ ਵਿੱਚ ਉਹਨਾਂ ਦੀ ਸ਼ਰਨ ਚਲਿਆ ਜਾਵੇ, ਮਾਤਾ ਪਿਤਾ ਨਾ ਫਿਰ ਬੱਚੇ ਦੇ ਔਗਣਾਂ ਨੂੰ ਚੇਤੇ ਨਹੀਂ ਕਰਦੇ ਵੀ ਇਹਨੇ ਸਾਡੇ ਨਾਲ ਮਾੜੀ ਕੀਤੀ ਸੀ। ਜਿਵੇਂ ਆਮ ਕਹਾਵਤ ਹੈ ਵੀ ਪੁੱਤ ਤੱਕ ਪੁੱਤ ਹੋ ਜਾਂਦੇ ਆ ਪਰ ਮਾਪੇ ਕੋ ਮਾਪੇ ਨਹੀਂ ਹੁੰਦੇ ਕਦੇ ਵੀ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਸਾਡਾ, ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਡੇ ਪਿਤਾ ਜੀ ਹਨ। ਤੇ ਸਾਧ ਸੰਗਤ ਪਿਤਾ ਕੋਲੇ ਜੇਕਰ ਬਾਲਕ ਗਲਤੀ ਮੰਨ ਕੇ ਦੁਬਾਰਾ ਚਲਿਆ ਜਾਵੇ ਤੇ ਇਹ ਪਿਤਾ ਐਸਾ ਦਿਆਲੂ ਕਿਰਪਾਲੂ ਹੈ, ਟੁੱਟੀ ਗੰਢਨਹਾਰ ਗੋਪਾਲ। ਸਾਧ ਸੰਗਤ ਜੀ ਟੁੱਟੀਆਂ ਹੋਈਆਂ ਪ੍ਰੀਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਦੁਬਾਰਾ ਗੰਢ ਲੈਂਦੇ ਆ। ਇਧਰ ਸਾਧ ਸੰਗਤ ਇਹ ਬਿਦਾਵਾ ਲਿਖ ਕੇ ਮਾਝੇ ਦੇ ਸਿੱਖ ਚਲੇ ਗਏ। ਰਸਤੇ ਵਿੱਚ ਜਦੋਂ ਇਹ ਮਾਝੇ ਦੇਸ਼ ਨੂੰ ਵਾਪਸ ਜਾਂਦੇ ਸਨ, ਭਾਈ ਮਹਾ ਸਿੰਘ ਜੀ, ਮਾਤਾ ਭਾਗ ਕੌਰ ਜੀ ਇਤਿਆਦਿਕ ਕੁਝ ਕੁ ਸਿੱਖਾਂ ਨੇ ਵਿਚਾਰ ਵਟਾਂਦਰਾ ਕੀਤਾ ਆਪਸ ਵਿੱਚ ਕਿ ਅਸੀਂ ਤਾਂ ਬਹੁਤ ਵੱਡੀ ਗਲਤੀ ਕਰ ਆਏ ਹਾਂ, ਘਰਾਂ ਵਿੱਚ ਜਾਵਾਂਗੇ ਲੋਕਾਂ ਨੇ ਘਰੇ ਨਹੀਂ ਵੜਨ ਦੇਣਾ, ਲੋਕ ਬੜੇ ਉਲਾਂਭੇ ਦੇਣਗੇ ਵੀ ਜਦੋਂ ਤਾਂ ਆਨੰਦਪੁਰ ਸਾਹਿਬ ਵਿੱਚ ਸੁੱਖਾਂ ਦਾ ਸਮਾਂ ਸੀ ਉਦੋਂ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਬੜੇ ਤੁਸੀਂ ਅੱਗੇ ਹੁੱਬ ਕੇ ਨਾਲ ਵਿਚਰਦੇ ਰਹੇ, ਕੜਾਹ ਪ੍ਰਸ਼ਾਦ ਛਕਦੇ ਛਕਾਉਂਦੇ ਰਹੇ, ਬੜੇ ਆਨੰਦ ਮਾਣਦੇ ਰਹੇ ਆਨੰਦਾਂ ਦੀ ਪੁਰੀ ਵਿੱਚ। ਅੱਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਜੇਕਰ ਇਹ ਵਿਪਤਾ ਦਾ ਸਮਾਂ ਆਇਆ ਸੀ ਤੇ ਅੱਜ ਤੁਸੀਂ ਉਹਨਾਂ ਨੂੰ ਛੱਡ ਕੇ ਆ ਗਏ ਹੋ, ਲੋਕਾਂ ਨੇ ਉਲਾਂਭੇ ਬੜੇ ਦੇਣੇ ਆ। ਇਹ ਸੋਚ ਕੇ ਸਾਧ ਸੰਗਤ ਜੀ 40 ਕੁ ਸਿੰਘਾਂ ਦਾ ਜਥਾ ਭਾਈ ਮਹਾ ਸਿੰਘ ਜੀ ਦੀ ਅਗਵਾਈ ਵਿੱਚ ਤੇ ਨਾਲ ਇਹਨਾਂ ਦੇ ਮਾਤਾ ਭਾਗ ਕੌਰ ਜੀ ਜਿਹੜੇ ਬੜੇ ਜਾਂਬਾਜ਼ ਸੂਰਮੇ ਸਾਧ ਸੰਗਤ, ਮਾਤਾ ਜੀ ਬੜੇ ਮੈਦਾਨੇ ਜੰਗ ਦੇ ਵਿੱਚ ਜੌਹਰ ਦਿਖਾਉਣ ਵਾਲੇ ਸਾਧ ਸੰਗਤ ਜੀ, ਉਹ ਐਸੀ ਜੁਝਾਰੂ ਇਸਤਰੀ ਸੀ, ਉਹ ਵੀ ਇਹਨਾਂ ਦੇ ਨਾਲ ਹੋ ਤੁਰੇ। ਉਹਨਾਂ ਨੇ ਵੀ ਸਾਰੇ ਸਿੰਘਾਂ ਨੂੰ ਲਲਕਾਰ ਕੇ ਆਖਿਆ ਕਿ ਪੁੱਤਰੋ, ਜੇ ਚੰਗੀ ਚਾਹੁੰਦੇ ਹੋ, ਭਲਾ ਚਾਹੁੰਦੇ ਹੋ ਆਪਣਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਮਾਝੇ ਨੂੰ ਸਿੱਖੀ ਤੋਂ ਖਾਰਜ ਕਰ ਦਿੱਤਾ ਹੈ। ਜੇ ਆਪਾਂ ਸਿੱਖੀ ਤੋਂ ਖਾਰਜ ਹੋ ਗਏ ਨਾ, ਗੁਰੂ ਤੋਂ ਬੇਮੁਖ ਹੋਏ ਰਹੇ, ਸਾਡੇ ਪੱਲੇ ਕੱਖ ਵੀ ਨਹੀਂ ਰਹਿਣਾ, ਰੁਲ ਜਾਵਾਂਗੇ। ਸਾਨੂੰ ਗੁਰੂ ਤੋਂ ਭੁੱਲ ਬਖਸ਼ਾ ਲੈਣੀ ਚਾਹੀਦੀ ਹੈ, ਨਹੀਂ ਤਾਂ ਘਰਾਂ ਵਿੱਚ ਜਾਓਗੇ ਤੇ ਬੀਬੀਆਂ ਨੇ ਸਾਡੇ ਵਰਗੀਆਂ ਨੇ ਤੁਹਾਨੂੰ ਤਾਨੇ ਮਾਰਨੇ ਹੈ ਵੀ ਆ ਸਾਡੇ ਵਾਲੀਆਂ ਸਲਵਾਰਾਂ ਤੁਸੀਂ ਪਹਿਨ ਕੇ ਘਰਾਂ ਵਿੱਚ ਬਹਿ ਕੇ ਰੋਟੀਆਂ ਪਕਾਇਆ ਕਰੋ, ਮੈਦਾਨੇ ਜੰਗ ਅਸੀਂ ਚਲੇ ਜਾਵਾਂਗੇ। ਇਹੋ ਮਾਤਾ ਜੀ ਨੇ ਲਲਕਾਰ ਕੇ ਭਾਈ ਮਹਾ ਸਿੰਘ ਜੀ ਤੇ 40 ਸਿੰਘਾਂ ਨੂੰ ਤਿਆਰ ਬਰ ਤਿਆਰ ਕਰ ਲਿਆ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਰਾਮੇ ਆਣਾ ਨਗਰ ਤੋਂ ਖਿਦਰਾਣੇ ਵੱਲ ਨੂੰ ਹੋ ਤੁਰੇ। ਖਿਦਰਾਣਾ, ਰੂਪਾਣਾ, ਧਿੰਗਾਣਾ ਇਹ 3 ਭਰਾ ਸਨ। ਇਹਨਾਂ ਵਿੱਚੋਂ ਸਾਧ ਸੰਗਤ ਜਿਹੜਾ ਖਿਦਰਾਣਾ ਸੀ, ਇਹਦੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਛੱਪੜ, ਬਹੁਤ ਵੱਡੀ ਢਾਬ ਪੈਂਦੀ ਸੀ। ਇਸ ਨੂੰ ਖਿਦਰਾਣੇ ਦੀ ਢਾਬ ਆਖਿਆ ਜਾਂਦਾ ਸੀ। ਸਾਧ ਸੰਗਤ ਜੀ ਕਿਉਂਕਿ ਮਾਲਵਾ ਦੇਸ਼ ਜੰਗਲ ਦੇਸ਼ ਦਾ ਇਲਾਕਾ ਸੀ, ਮਾਰੂਥਲ ਦਾ ਇਲਾਕਾ, ਟਿੱਬੇ ਹੀ ਟਿੱਬੇ, ਪਾਣੀ ਦੀ ਬੜੀ ਕਿੱਲਤ ਸੀ, ਜਿਸ ਕਰਕੇ ਵੱਡੀਆਂ ਵੱਡੀਆਂ ਢਾਬਾਂ ਛੱਪੜਾਂ ਦੇ ਵਿੱਚ ਮੀਂਹਾਂ ਦਾ ਪਾਣੀ ਸਾਧ ਸੰਗਤ ਖੜਾਇਆ ਜਾਂਦਾ ਤੇ ਉਹ ਪਾਣੀ ਖੜਾ ਕੇ ਬਾਅਦ ਵਿੱਚ ਜਦੋਂ ਨਿੱਤਰ ਜਾਂਦਾ ਤੇ ਉਸ ਪਾਣੀ ਦੀ ਪੀਣ ਵਾਸਤੇ ਵਰਤੋਂ ਕੀਤੀ ਜਾਂਦੀ, ਇਸ਼ਨਾਨ ਵਾਸਤੇ ਵੀ, ਵਸਤਰ ਧੋਣ ਵਾਸਤੇ ਵੀ ਤੇ ਸਾਧ ਸੰਗਤ ਪਸ਼ੂਆਂ ਆਦਿਕ ਨੂੰ ਪਿਲਾਉਣ ਵਾਸਤੇ ਵੀ ਇਹੋ ਹੀ ਪਾਣੀ ਵਰਤਿਆ ਜਾਂਦਾ ਸੀ। ਉਹਨਾਂ ਵੇਲਿਆਂ ਵਿੱਚ ਪਾਣੀ ਆਮ ਨਹੀਂ ਹੁੰਦੇ ਸਨ ਤੇ ਸਾਧ ਸੰਗਤ ਇੱਕ ਉਹਨਾਂ ਵੇਲਿਆਂ ਦੇ ਵਿੱਚ ਸਾਧ ਸੰਗਤ ਦੀ ਰੁੱਤ ਗਰਮੀ ਦੀ ਸੀ, ਵਿਸਾਖ ਦਾ ਮਹੀਨਾ ਸੀ। ਇਹ ਵਿਸਾਖ ਸੁਦੀ 14 ਨੂੰ ਸਾਧ ਸੰਗਤ ਮੁਕਤਸਰ ਸਾਹਿਬ ਦੀ ਜੰਗ ਹੋਈ ਹੈ, ਟੁੱਟੀ ਗੰਢੀ ਗਈ ਹੈ ਜਿੱਥੇ। ਭਾਵੇਂ ਕਿ ਇਹ ਦਿਹਾੜਾ ਅੱਜ ਦੇ ਦਿਨ ਮਾਘੀ ਵਾਲੇ ਦਿਨ ਮਨਾਇਆ ਜਾਂਦਾ, ਇਹਦਾ ਕਾਰਨ ਇਹ ਹੈ ਕਿ ਖਾਲਸਾ ਪੰਥ ਨੇ ਸਾਧ ਸੰਗਤ ਜੀ ਵੱਖ-ਵੱਖ ਤੀਰਥ ਅਸਥਾਨਾਂ ਦੇ ਉੱਤੇ ਮਨਾਏ ਜਾਣ ਵਾਲੇ ਗੁਰਪੁਰਬਾਂ ਦੀ ਵੰਡ ਕੀਤੀ ਹੈ। ਜਿਵੇਂ ਦੀਵਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਜਾਂਦੀ ਹੈ, ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ, ਦੁਸਹਿਰੇ ਦਾ ਪੁਰਬ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ,
ਵਿਸਾਖੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਸੇ ਪ੍ਰਕਾਰ ਜਿਹੜਾ ਮਾਘੀ ਦਾ ਤਿਉਹਾਰ ਹੈ, ਟੁੱਟੀ ਗੰਢੀ ਦਿਵਸ ਹੈ, ਇਹ ਸਾਧ ਸੰਗਤ ਜੀ ਸਮੁੱਚਾ ਪੰਥ ਵਿਸ਼ੇਸ਼ ਕਰਕੇ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਤੇ ਇਸ ਪੁਰਬ ਨੂੰ ਮਨਾਉਂਦਾ ਹੈ। ਗੁਰੂ ਚਰਨਾਂ ਵਿੱਚ ਨਤਮਸਤਕ ਹੁੰਦਾ, ਸ਼ਰਧਾ ਭਾਵਨਾ ਨਾਲ ਗੁਰੂ ਕੀਆਂ ਸੰਗਤਾਂ ਸਤਿਗੁਰਾਂ ਦੇ ਮੁਕਤੀ ਦੇ ਸਰ ਵਿੱਚ, ਮੁਕਤੀ ਦੇ ਸਰੋਵਰ ਵਿੱਚ ਇਸ਼ਨਾਨ ਪਾਨ ਕਰਦੀਆਂ ਹਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਧਰ ਨੂੰ ਜਾ ਰਹੇ ਹੈ। ਜਦੋਂ ਖਿਦਰਾਣੇ ਦੀ ਢਾਬ ਦੇ ਉੱਤੇ ਪਹੁੰਚੇ, ਸਤਿਗੁਰੂ ਨੇ ਸੁੰਦਰ ਜਗ੍ਹਾ ਦੇਖੀ ਵੀ ਪਾਣੀ ਦਾ ਸੋਮਾ ਹੈ, ਸਾਡੀਆਂ ਫੌਜਾਂ ਜੰਗ ਲੜਨਗੀਆਂ, ਪਾਣੀ ਦੀ ਲੋੜ ਪਵੇਗੀ ਗਰਮੀ ਵਿੱਚ, ਇਸ ਕਰਕੇ ਸਾਨੂੰ ਇੱਥੇ ਮੋਰਚਾਬੰਦੀ ਕਰ ਲੈਣੀ ਚਾਹੀਦੀ ਹੈ। ਉੱਚੀ ਟਿੱਬੀ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੋਰਚਾ ਮੱਲ ਲਿਆ। ਇੱਧਰ ਸਤਿਗੁਰੂ ਜੀ ਤੋਂ ਥੋੜ੍ਹਾ ਜਿਹਾ ਪਿੱਛੇ 2 ਮੀਲ ਇਹ ਭਾਈ ਮਹਾ ਸਿੰਘ ਜੀ ਦਾ, ਬੀਬੀ ਭਾਗ ਕੌਰ ਜੀ ਦਾ ਜਥਾ 40 ਸਿੰਘਾਂ ਦੇ ਸਮੇਤ ਹੈ। ਇਹਨਾਂ ਤੋਂ 3 ਮੀਲ ਪਿੱਛੇ ਖਾਨ ਵਜੀਦੇ ਦੀ ਫੌਜ 7000 ਦੀ ਗਿਣਤੀ ਵਿੱਚ ਸਤਿਗੁਰੂ ਦਾ ਪਿੱਛਾ ਕਰਦੀ ਹੋਈ ਚੜ੍ਹੀ ਆ ਰਹੀ ਹੈ। ਚੌਧਰੀ ਕਪੂਰੇ ਨੇ ਅੱਗੇ ਹੋ ਕੇ ਸਵਾਗਤ ਕੀਤਾ ਵਜੀਦ ਖਾਨ ਦਾ ਕਿ ਮੈਂ ਇਸ ਇਲਾਕੇ ਦਾ ਚੌਧਰੀ ਹਾਂ ਤੇ ਸੂਬਾ ਆਇਆ ਹੈ ਸਰਹੰਦ ਦਾ। ਇਹਨੇ ਪੁੱਛਿਆ ਸਤਿਗੁਰੂ ਸਾਹਿਬ ਕਿੱਧਰ ਨੂੰ ਗਏ ਆ? ਇਹਨੇ ਆਖਿਆ ਇੱਧਰ ਨੂੰ ਗਏ ਆ। ਇਹ ਨਾਲ ਹੋ ਤੁਰਿਆ, ਸਾਧ ਸੰਗਤ ਲੈ ਤੁਰਿਆ ਇਹਨਾਂ ਨੂੰ। ਇੱਧਰ ਜਾ ਕੇ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਟਿੱਬੀ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਮੋਰਚੇ ਮੱਲ ਲਏ। ਇੱਧਰ 40 ਸਿੰਘਾਂ ਦਾ ਜੱਥਾ ਭਾਈ ਮਹਾ ਸਿੰਘ, ਮਾਤਾ ਭਾਗ ਕੌਰ ਜੀ ਦੀ ਅਗਵਾਈ ਦੇ ਵਿੱਚ, ਇਹਨਾਂ ਸਾਰੇ ਸਿੱਖਾਂ ਨੇ ਵੱਡੇ ਵੱਡੇ ਆਪਣੇ ਚਾਦਰੇ, ਹੋਰ ਵਸਤਰ ਤੇ ਵੱਡੇ ਵੱਡੇ ਆਪਣੇ ਕਸ਼ਹਿਰੇ, ਝਾੜੀਆਂ ਸਨ ਮਾਰੂਥਲਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ, ਉਹਨਾਂ ਉੱਤੇ ਸੁੱਕਣੇ ਪਾ ਦਿੱਤੇ ਤਾਂ ਕਿ ਦੁਸ਼ਮਣ ਫੌਜਾਂ ਨੂੰ ਦੂਰੋਂ ਦੇਖ ਕੇ ਭੁਲੇਖਾ ਪਵੇ ਕਿ ਖਾਲਸੇ ਦੇ ਤੰਬੂ ਲੱਗੇ ਹੋਏ ਆ। ਬਹੁਤ ਭਾਰੀ ਗਿਣਤੀ ਵਿੱਚ ਖਾਲਸਾ ਫੌਜ ਇੱਥੇ ਉਤਰੀ ਹੋਈ ਹੈ, ਜਿਸ ਕਰਕੇ ਮੁਗਲ ਸਤਿਗੁਰੂ ਸਾਹਿਬ ਜੀ ਵੱਲ ਵਧਣ ਦਾ ਹੌਸਲਾ ਹੀਆ ਨਾ ਕਰ ਸਕਣ। ਇੱਧਰ ਸਾਧ ਸੰਗਤ ਮੁਗਲ ਫੌਜਾਂ ਪਿੱਛੋਂ ਚੜ੍ਹੀਆਂ ਆ ਰਹੀਆਂ। ਤੰਬੂ ਸਾਹਿਬ ਵਾਲੀ ਜਗ੍ਹਾ, ਸਾਧ ਸੰਗਤ ਉਸ ਜਗ੍ਹਾ ਨੂੰ ਕਿਹਾ ਜਾਂਦਾ ਜਿੱਥੇ ਸਿੰਘਾਂ ਨੇ ਇਹ ਆਪਣੇ ਕਸ਼ਹਿਰੇ ਸੁੱਕਣੇ ਪਾਏ ਸਨ ਝਾੜੀਆਂ ਦੇ ਉੱਤੇ। ਇੱਧਰ ਤੰਬੂ ਸਾਹਿਬ ਵਾਲੀ ਜਗ੍ਹਾ ਤੇ ਮੋਰਚੇ ਮੱਲ ਕੇ ਸਿੰਘਾਂ ਨੇ ਇਹ ਮੁਗਲ ਫੌਜਾਂ ਨੂੰ ਸਤਿਗੁਰੂ ਸਾਹਿਬ ਕੋਲ ਪਹੁੰਚਣ ਤੋਂ ਪਹਿਲੇ ਹੀ ਰਾਹ ਵਿੱਚ ਡੱਕ ਲਿਆ। ਇਹਨਾਂ ਨਾਲ ਜੰਗ ਸ਼ੁਰੂ ਹੋ ਗਈ। ਜਦੋਂ ਜੰਗ ਸ਼ੁਰੂ ਹੋਈ, ਸਾਧ ਸੰਗਤ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਉੱਚੀ ਟਿੱਬੀ ਤੋਂ ਬੈਠ ਕੇ ਸਾਰਾ ਦ੍ਰਿਸ਼ ਦੇਖ ਰਹੇ ਆ। ਸਤਿਗੁਰੂ ਸੋਚਦੇ ਆ ਵੀ ਆਹ ਕਿਹੜੇ ਸਿੰਘ ਹੈ ਜਿਹੜੇ ਸਾਡੀ ਤਰਫੋਂ ਹੋ ਕੇ ਮੁਗਲ ਫੌਜਾਂ ਦੇ ਨਾਲ ਲੜਨ ਲੱਗ ਪਏ ਆ। ਜਦੋਂ ਸਾਧ ਸੰਗਤ ਕਿਤੇ ਮੁਗਲਾਂ ਦਾ ਪਲੜਾ ਭਾਰੀ ਪੈਂਦਾ, ਬਹੁਤੀਆਂ ਫੌਜਾਂ ਚੜ੍ਹ ਕੇ ਆਉਂਦੀਆਂ ਤੇ ਕਦੇ ਕਦੇ ਇੱਕ ਅੱਧਾ ਤੀਰ ਕਲਗੀਧਰ ਸੱਚੇ ਪਾਤਸ਼ਾਹ ਜੀ ਆਪ ਆਪਣੇ ਕਮਾਨ ਦੇ ਵਿੱਚੋਂ ਟਿੱਬੀ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਬੈਠੇ ਬੈਠੇ ਛੱਡਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤੀਰ ਅੰਦਾਜ਼ੀ ਦੀ ਕਲਾ ਐਸੇ ਮਾਹਰ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਤੀਰ 2 4 10 20 ਵਿੱਚ ਦੀ ਨਿਕਲ ਕੇ ਪਾਰ ਜਾ ਕੇ ਸਾਧ ਸੰਗਤ ਧਰਤੀ ਵਿੱਚ ਕੱਢਿਆ ਜਾਂਦਾ ਸੀ। ਇਉਂ ਸਤਿਗੁਰੂ ਨੇ ਆਪਣੇ ਤੀਰਾਂ ਦੇ ਨਾਲ ਬਹੁਤਿਆਂ ਨੂੰ ਮੌਤ ਦੇ ਘਾਟ ਉਤਾਰਿਆ। ਇੱਧਰ ਸਿੰਘਾਂ ਨੇ ਸਾਧ ਸੰਗਤ ਪਹਿਲਾਂ ਤਾਂ ਮੋਰਚਾਬੰਦੀ ਵਿੱਚ ਬੈਠ ਕੇ ਜੰਗ ਲੜੀ। ਉਸ ਤੋਂ ਬਾਅਦ ਜਦੋਂ ਮੁਗਲ ਫੌਜਾਂ ਬਿਲਕੁਲ ਉੱਤੇ ਚੜ੍ਹ ਆਈਆਂ, ਫਿਰ ਸਾਧ ਸੰਗਤ 5-5 ਸਿੰਘਾਂ ਦੇ ਜਥੇ ਬਾਹਰ ਨਿਕਲ ਕੇ ਹੱਥੋਂ ਹੱਥੀ ਲੜਾਈ ਲੜਨ ਲੱਗ ਪਏ ਇਹਨਾਂ ਨਾਲ। ਇਉਂ ਲੜਦਿਆਂ ਲੜਦਿਆਂ ਸਾਧ ਸੰਗਤ ਜਦੋਂ ਸੂਬੇ ਦੀ ਅੱਧੋਂ ਵੱਧ ਫੌਜ ਨੂੰ ਖਤਮ ਕਰ ਦਿੱਤਾ, 3500 ਤੋਂ ਜ਼ਿਆਦਾ ਫੌਜ ਗੁਰੂ ਕੇ 40 ਸਿੰਘਾਂ ਨੇ ਖਤਮ ਕਰ ਦਿੱਤੀ ਇਹ ਖਿਦਰਾਣੇ ਦੀ ਢਾਬ ਦੇ ਉੱਤੇ ਖਾਨ ਵਜੀਦੇ ਦੀ। ਜਦੋਂ ਸਾਧ ਸੰਗਤ ਇਹ ਭਿਆਨਕ ਜੰਗ ਹੋਇਆ, ਸਤਿਗੁਰੂ ਸੱਚੇ ਪਾਤਸ਼ਾਹ ਕਦੇ ਤੀਰ ਛੱਡਦੇ, ਕਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੂਰਮੇ, ਤੇ ਸਾਧ ਸੰਗਤ ਹੌਲੀ ਹੌਲੀ ਕਰਕੇ ਬਹੁਤ ਸਾਰੇ ਸਿੰਘ ਜ਼ਖਮੀ, ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ। ਤੁਰਕਾਂ ਦੀਆਂ ਫੌਜਾਂ ਵੀ ਮੈਦਾਨੇ ਜੰਗ ਵਿੱਚ ਬਹੁਤ ਮਾਰੀਆਂ ਗਈਆਂ। ਗਰਮੀ ਦੀ ਰੁੱਤ ਹੋਣ ਕਰਕੇ ਸਾਧ ਸੰਗਤ ਜੀ ਫੌਜਾਂ ਪਾਣੀ ਦੀ ਮੰਗ ਕਰਨ ਲੱਗੀਆਂ। ਖਾਨ ਵਜੀਦਾ ਕਪੂਰੇ ਨੂੰ ਪੁੱਛਦਾ, ਭਾਈ ਇੱਥੇ ਪਾਣੀ ਦਾ ਸੋਮਾ ਕਿੱਥੇ ਆ, ਪਾਣੀ ਕਿੱਥੋਂ ਮਿਲ ਸਕਦਾ? ਤਾਂ ਚੌਧਰੀ ਕਪੂਰੇ ਨੇ ਸਾਧ ਸੰਗਤ ਉਸ ਵੇਲੇ ਚਲਾਕੀ ਦੇ ਨਾਲ ਇਹ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਨੂੰ ਮੁਗਲ ਫੌਜਾਂ ਨਾ ਵਧਣ, ਪਿੱਛੇ ਮੁੜ ਜਾਣ, ਇਸ ਕਰਕੇ ਕਹਿ ਦਿੱਤਾ ਕਿ ਜੀ ਅੱਗੇ ਨੂੰ ਜਾਵਾਂਗੇ ਤਾਂ 30 ਮੀਲ ਤੇ ਪਾਣੀ ਹੈ, ਪਿੱਛੇ ਨੂੰ ਮੁੜਾਂਗੇ ਤੇ 10 ਮੀਲ ਤੇ ਪਾਣੀ ਮਿਲ ਸਕਦਾ। ਜਦੋਂ 10 ਮੀਲ ਤੇ ਪਾਣੀ ਦੀ ਗੱਲ ਸੁਣੀ ਤੇ ਮੁਗਲ ਫੌਜਾਂ ਪਿਛਾਂਹ ਨੂੰ ਹੋ ਤੁਰੀਆਂ। ਵਜੀਦ ਖਾਨ ਵੀ ਸਾਧ ਸੰਗਤ ਮੈਦਾਨੇ ਜੰਗ ਦੇ ਵਿੱਚ ਪਏ ਆਪਣੇ ਜ਼ਖਮੀ ਸੂਰਮਿਆਂ ਨੂੰ ਵੀ ਉਹਨੇ ਨਾ ਚੁੱਕਿਆ, ਮੁਰਦਿਆਂ ਦੇ ਵਿੱਚ ਹੀ ਛੱਡ ਕੇ ਉਹਨਾਂ ਨੂੰ ਇਹ ਵਾਪਸ ਤੁਰ ਗਿਆ। ਇਉਂ ਸਾਧ ਸੰਗਤ ਇੱਕ ਤਰ੍ਹਾਂ ਨਾਲ ਇੱਥੇ ਵੀ ਵਜੀਦ ਖਾਨ ਦੀ ਸਾਧ ਸੰਗਤ ਜੀ ਹਾਰ ਹੀ ਹੋਈ ਹੈ, ਜਿਹੜਾ ਇਹਨੂੰ ਪਿਛਾਂਹ ਮੁੜਨਾ ਪਿਆ। ਇੱਧਰ ਜੰਗ ਖਤਮ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਚੇ ਟਿੱਬੇ ਤੋਂ ਉਤਰ ਕੇ, ਟਿੱਬੀ ਸਾਹਿਬ ਤੋਂ ਉਤਰ ਕੇ ਮੈਦਾਨੇ ਜੰਗ ਵਿੱਚ ਆਏ।
ਮੈਦਾਨੇ ਜੰਗ ਵਿੱਚ ਜਿੱਥੇ ਵੀ ਕੋਈ ਸ਼ਹੀਦ ਸਿੰਘ ਹੋਇਆ ਦੇਖਦੇ ਆ, ਸਤਿਗੁਰੂ ਜੀ ਸਿੰਘਾਂ ਨੂੰ ਕਹਿੰਦੇ ਆ, ਭਾਈ ਆ ਸਿੰਘ ਦੀ ਲਾਸ਼, ਇਹ ਸਿੰਘ ਦਾ ਸਰੀਰ ਚੁੱਕ ਕੇ, ਸ਼ਹੀਦ ਹੋਇਆ ਸਰੀਰ ਚੁੱਕ ਕੇ ਇੱਕ ਪਾਸੇ ਕਰ ਦਿਓ, ਆਪਾਂ ਇਹਨਾਂ ਸਾਰਿਆਂ ਦਾ ਬਾਅਦ ਵਿੱਚ ਮਾਣ ਸਨਮਾਨ ਸਹਿਤ ਸੰਸਕਾਰ ਕਰਨਾ ਹੈ। ਫਿਰ ਸਾਧ ਸੰਗਤ ਜਿਹੜਾ ਸਿੰਘ ਜਿਹੜਾ ਕੋਈ 5 ਕਦਮ ਅੱਗੇ ਵੱਧ ਕੇ ਲੜਿਆ, ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਰੁਤਬਾ ਬਖਸ਼ਿਸ਼ ਕਰਦੇ ਆ, ਆ ਮੇਰਾ ਸਿੱਖ 5000 ਹੈ। ਜਿਹੜਾ ਕੋਈ 10 ਕਦਮ ਅੱਗੇ ਵੱਧ ਕੇ ਲੜਿਆ ਸੀ ਉਹਨੂੰ ਸਤਿਗੁਰੂ ਕਹਿੰਦੇ ਇਹ ਮੇਰਾ 10,000 ਹੈ। ਜਿਹੜਾ ਕੋਈ 20 ਕਦਮ ਅੱਗੇ ਵੱਧ ਕੇ ਲੜਿਆ, ਸਤਿਗੁਰੂ ਕਹਿੰਦੇ ਇਹ ਮੇਰਾ 20,000 30,000 ਆਓ। ਸਤਿਗੁਰ ਸੱਚੇ ਪਾਤਸ਼ਾਹ ਜੀ ਅਹੁਦੇ ਬਖਸ਼ਦੇ ਗਏ, ਰੁਤਬੇ ਬਖਸ਼ਦੇ ਗਏ, ਮਾਣ ਸਨਮਾਨ ਸਿੱਖਾਂ ਨੂੰ ਬਖਸ਼ਦੇ ਗਏ। ਸਿੰਘਾਂ ਦੀਆਂ ਲਾਸ਼ਾਂ, ਸਿੰਘਾਂ ਦੇ ਸਰੀਰ ਮਿਰਤਕ ਬਾਕੀ ਦੇ ਸਿੱਖ ਇਕੱਠੇ ਕਰਦੇ ਗਏ। ਇਹਨਾਂ ਸਾਧ ਸੰਗਤ ਦੀ ਲੋਥਾਂ ਨੂੰ ਫੋਲਦਿਆਂ ਕਲਗੀਧਰ ਸੱਚੇ ਪਾਤਸ਼ਾਹ ਜੀ ਜਦੋਂ ਅਗਾਂਹ ਵਧੇ ਆ ਨਾ ਮੈਦਾਨੇ ਜੰਗ ਵਿੱਚ, ਲੋਥਾਂ ਵੇਖਦਿਆਂ ਇੱਕ ਲੋਥ ਡਿੱਠੀ, ਜਿੰਦ ਅਜੇ ਸਰੀਰ ਵਿੱਚ ਸਹਿਕਦੀ ਸੀ। ਸਾਧ ਸੰਗਤ ਜੀ ਜਾ ਕੇ ਵੇਖਿਆ ਕਿ ਇੱਕ ਸਰੀਰ ਜਿਹਦੇ ਸਵਾਸ ਚੱਲ ਰਹੇ ਆ ਪਰ ਬੇਹੋਸ਼ੀ ਦੀ ਹਾਲਤ ਵਿੱਚ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਸਿੰਘ ਦਾ ਸਰੀਰ ਆਪਣੀ ਬੁੱਕਲ ਦੇ ਵਿੱਚ ਆਪਣੇ ਪੱਟ ਦੇ ਉੱਤੇ ਰੱਖ ਲਿਆ। ਆਪਣੇ ਰੁਮਾਲ ਦੇ ਨਾਲ ਸਤਿਗੁਰੂ ਨੇ ਉਹਦਾ ਮੁਖ ਸਾਫ਼ ਕੀਤਾ। ਸਤਿਗੁਰੂ ਪਛਾਣ ਗਏ ਇਹ ਤਾਂ ਮਾਝੇ ਵਾਲਾ ਜਰਨੈਲ ਭਾਈ ਮਹਾ ਸਿੰਘ ਹੈ। ਸਤਿਗੁਰੂ ਨੇ ਜਲ ਮੰਗਾਇਆ, ਜਦੋਂ ਛਿੱਟੇ ਮਾਰੇ ਤਾਂ ਸਾਧ ਸੰਗਤ ਜੀ ਦੀ ਹੋਸ਼ ਪਰਤ ਆਈ, ਸਰੀਰ ਸਿਥਲ ਹੋਇਆ। ਹੋਸ਼ ਪਰਤੀ ਜਦੋਂ, ਨੇਤਰ ਖੁੱਲੇ, ਕਲਗੀਧਰ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਆਪਣੇ ਆਪ ਨੂੰ ਪਿਆ ਭਾਈ ਮਹਾ ਸਿੰਘ ਨੇ ਵੇਖਿਆ। ਸਾਧ ਸੰਗਤ ਜੀ ਆਏ ਇਸ ਕਾਰਜ ਵਾਸਤੇ ਸਨ ਕਿ ਜਿਹੜੀ ਗੋਦ ਸਤਿਗੁਰ ਸੱਚੇ ਪਾਤਸ਼ਾਹ ਦੀ ਸਾਡੀ ਗਲਤੀ ਕਰਕੇ ਸਾਡੇ ਤੋਂ ਖੁੱਸ ਗਈ ਹੈ, ਉਹ ਗੋਦ ਸਾਨੂੰ ਦੁਬਾਰਾ ਮਿਲ ਜਾਵੇ। ਸਾਧ ਸੰਗਤ ਜੀ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਗੋਦ ਵਿੱਚ ਪਾਇਆ ਤੇ ਕੰਬਦੇ ਜੇ ਹੱਥਾਂ ਦੇ ਨਾਲ ਮਸੀ ਸਾਧ ਸੰਗਤ ਭਾਈ ਮਹਾ ਸਿੰਘ ਜੀ ਨੇ ਹੱਥ ਜੋੜੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਹਾ ਸਿੰਘ ਜੀ ਕਹਿਣ ਲੱਗੇ, ਜੀ ਸਤਿਗੁਰੂ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਗੋਂ ਸਤਿਗੁਰੂ ਨੇ ਵੀ ਗੱਜ ਕੇ ਜਵਾਬ ਦਿੱਤਾ, ਮੇਰੇ ਪਿਆਰੇ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫਤਿਹ ਬੁਲਾਈ। ਸਤਿਗੁਰੂ ਕਹਿਣ ਲੱਗੇ, ਭਾਈ ਸਿੱਖੋ ਤੁਸੀਂ ਤਾਂ ਕਮਾਲ ਕਰ ਦਿੱਤੀ, ਮੁਗਲ ਫੌਜਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਬਹੁਤ ਤਨਦੇਹੀ ਦੇ ਨਾਲ ਜੂਝੇ ਹੋ, ਬੜੀ ਤੁਸੀਂ ਜਿੰਦ ਜਾਨ ਲਾ ਕੇ ਇਹ ਲੜਾਈ ਲੜੀ ਆ। ਅਸੀਂ ਉੱਚੀ ਟਿੱਬੀ ਦੇ ਉੱਤੇ ਬੈਠ ਕੇ ਸਾਰਾ ਦ੍ਰਿਸ਼ ਦੇਖਦੇ ਰਹੇ ਆ, ਬੜੇ ਪ੍ਰਸੰਨ ਤੁਹਾਡੀ ਸੇਵਾ ਤੋਂ, ਮੰਗੋ ਕੀ ਮੰਗਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਮੰਗਣਾ ਕੀ ਹੈ, ਆਪ ਜੀ ਦੀ ਗੋਦੀ ਵਿੱਚ ਬੈਠਿਆਂ ਦੇ ਸਵਾਸ ਨਿਕਲ ਰਹੇ ਹੈ, ਸੱਚਖੰਡ ਚਲੇ ਜਾਣ ਦੀ ਤਿਆਰੀ ਹੈ। ਮਹਾਰਾਜ ਹੋਰ ਕੀ ਚਾਹੀਦਾ ਹੈ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਸਤਿਗੁਰੂ ਦੇ ਚਰਨਾਂ ਵਿੱਚ, ਸਤਿਗੁਰੂ ਦੀ ਗੋਦ ਵਿੱਚ ਪਿਆਂ ਦੇ ਸਵਾਸ ਨਿਕਲ ਜਾਣ, ਮਹਾਰਾਜ ਹੋਰ ਕੀ ਚਾਹੀਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਖੁਸ਼ੀਆਂ ਦੇ ਬਚਨ ਕੀਤੇ। ਸਤਿਗੁਰੂ ਥੋੜੇ ਸਮੇਂ ਬਾਅਦ ਫੇਰ ਕਹਿਣ ਲੱਗੇ, ਕਹਿੰਦੇ ਭਾਈ ਮਹਾ ਸਿੰਘ ਜੇ ਕਹੇ ਤਾਂ ਤੈਨੂੰ ਆ ਦੁਨੀਆ ਦਾ ਰਾਜਾ ਬਣਾ ਦਿਆਂ, ਜੇ ਕਹੇ ਤਾਂ ਬਹੁਤ ਲੰਮੀ ਤੈਨੂੰ ਜ਼ਿੰਦਗੀ ਬਖਸ਼ ਦਿਆਂ। ਮਹਾਰਾਜ ਸੱਚੇ ਪਾਤਸ਼ਾਹ ਲੰਮੀ ਜ਼ਿੰਦਗੀ ਜੀ ਕੇ ਕੀ ਲੈਣਾ ਹੈ, ਆ ਅਣਖ ਦੇ ਨਾਲ, ਗੈਰਤ ਦੇ ਨਾਲ 4 ਸਾਹ ਘੱਟ ਵੀ ਆ ਗਏ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਸਨਮੁਖ ਹੋ ਕੇ ਮਰੇ ਆ, ਇਹੀ ਆਪ ਜੀ ਸੇਵਾ ਪ੍ਰਵਾਨ ਕਰ ਲਿਓ, ਬਹੁਤਾ ਚਿਰ ਜਿਉਣ ਦੀ ਆਸ ਨਹੀਂ ਹੈ ਦੁਨੀਆ ਦੇ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਦਿੱਲੀ ਦਾ ਰਾਜਾ ਬਣਾ ਦਈਏ। ਹੱਥ ਜੋੜੇ ਮਹਾਰਾਜ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਰਾਜ ਭਾਗ ਨਹੀਂ ਚਾਹੀਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਕਤੀ ਬਖਸ਼ ਦਈਏ। ਮਹਾਰਾਜ ਸੱਚੇ ਪਾਤਸ਼ਾਹ ਮੁਕਤੀ ਵੀ ਕੋਈ ਇੱਛਾ ਨਹੀਂ, ਬਸ ਆਪ ਜੀ ਜਿਵੇਂ ਕਿਰਪਾ ਕਰ ਦਿਓਗੇ ਉਸੇ ਤਰ੍ਹਾਂ ਠੀਕ ਹੈ। ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਪ੍ਰੇਮ ਪਿਆਰ ਬਖਸ਼ਿਸ਼ ਕਰੀ ਰੱਖੋ। ਮਹਾਰਾਜ ਜਿਹੜੀ ਭੁੱਲ ਅਸੀਂ ਕਰ ਆਏ ਆ, ਰਾਮੇ ਆਣੇ ਨਗਰ ਵਿਖੇ ਆਪ ਜੀ ਨੂੰ ਵਿਦਾਵਾ ਲਿਖ ਕੇ ਦੇ ਕੇ ਆਏ, ਸਤਿਗੁਰੂ ਕਿਰਪਾ ਕਰ ਦਿਓ। ਮੈਂ ਸੱਚਖੰਡ ਨੂੰ ਜਾਣ ਦੇ ਵਾਸਤੇ ਤਿਆਰ ਹਾਂ, ਪਰ ਆਪ ਜੀ ਕਿਰਪਾ ਕਰੋ, ਦਰਗਾਹ ਵਿੱਚ ਸਾਨੂੰ ਕਿਸੇ ਨੇ ਵੜਨ ਨਹੀਂ ਦੇਣਾ। ਜੇ ਤੁਹਾਡੇ ਤੋਂ ਬੇਮੁਖ ਹੋ ਕੇ ਚਲੇ ਗਏ, ਉਹ ਜਿਹੜਾ ਬੇਮੁਖ ਹੋ ਕੇ ਵਿਦਾਵਾ ਤੁਹਾਨੂੰ ਲਿਖਿਆ ਨਾ ਮਾਝੇ ਦੇ ਸਿੰਘਾਂ ਨੇ, ਮਹਾਰਾਜ ਆਪ ਜੀ ਕਿਰਪਾ ਕਰਕੇ ਉਹ ਵਿਦਾਵਾ ਪਾੜ ਦਿਓ। ਜਦੋਂ ਆਹ ਬਚਨ ਸਤਿਗੁਰੂ ਨੇ ਸੁਣੇ, ਸਤਿਗੁਰਾਂ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਸਾਧ ਸੰਗਤ ਉਹ ਵਿਦਾਵੇ ਵਾਲਾ ਕਾਗਜ਼ ਜਿਹੜਾ ਸਾਧ ਸੰਗਤ ਰਾਮੇ ਆਣੇ ਦੀ ਧਰਤੀ ਦੇ ਉੱਤੇ ਲਿਖ ਕੇ ਦੇ ਦਿੱਤਾ ਸੀ। ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਕਾਗਜ਼ ਕੱਢਿਆ,
ਭਾਈ ਮਹਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਸਾਧ ਸੰਗਤ ਜੀ ਕੀਮਾ ਕੀਮਾ ਕਰਕੇ ਟੁਕੜੇ ਟੁਕੜੇ ਕਰਕੇ ਉਹ ਕਾਗਜ਼ ਪਾੜ ਕੇ ਸੁੱਟ ਦਿੱਤਾ। ਭਾਈ ਮਹਾ ਸਿੰਘ ਨੂੰ ਛਾਤੀ ਦੇ ਨਾਲ ਲਾ ਲਿਆ, ਲੈ ਮੇਰੇ ਪਿਆਰੇ ਗੁਰੂ ਕੇ ਸਿੱਖਾ, ਤੁਸੀਂ ਆਪਣੇ ਗੁਰੂ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹੋ। ਤੁਸੀਂ 40 ਸਿੰਘ ਜਿਹੜੇ 40 ਸਿੰਘ ਆਮ ਸਿੰਘ ਨਹੀਂ, 40 ਮੁਕਤੇ ਹੋ, ਔਰ ਇਸ ਧਰਤੀ ਨੂੰ ਮੈਂ ਮੁਕਤੀ ਦਾ ਸਰ ਬਣਾ ਦਿੱਤਾ ਹੈ। ਦੇਖੋ ਖਾਲਸਾ ਜੀ, ਆਨੰਦਪੁਰ ਸਾਹਿਬ ਵਿੱਚ ਬਹੁਤ ਜੰਗਾਂ ਹੋਈਆਂ, ਸਤਿਗੁਰੂ ਨੇ ਉਸ ਧਰਤੀ ਨੂੰ ਮੁਕਤੀ ਦਾ ਸਰ ਨਹੀਂ ਬਣਾਇਆ। ਕਿੰਨੀ ਵੱਡੀ ਅਸਾਮੀ ਜੰਗ ਚਮਕੌਰ ਦੀ ਗੜੀ ਵਿੱਚ ਹੋਈ ਹੈ, ਉਹਨੂੰ ਵੀ ਸਤਿਗੁਰ ਨੇ ਮੁਕਤੀ ਦਾ ਸਰ ਨਹੀਂ ਆਖਿਆ, ਜਿੱਥੇ ਸਤਿਗੁਰੂ ਦੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ। ਪਰ ਆਹ 40 ਸਿੰਘ ਜਿਹੜੇ ਬੇਮੁਖ ਹੋਏ ਸਨ, ਜਦੋਂ ਦੁਬਾਰਾ ਗੁਰੂ ਕੀ ਸ਼ਰਨ ਆਏ ਹਨ ਨਾ ਸਾਧ ਸੰਗਤ, ਉਹਨਾਂ ਤੇ ਕਿੰਨੀ ਵੱਡੀ ਬਖਸ਼ਿਸ਼ ਕਰ ਦਿੱਤੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੀ ਖਿਦਰਾਣੇ ਦੀ ਢਾਬ ਹੈ ਨਾ ਭਾਈ, ਇਹ ਹੁਣ ਕੋਈ ਆਮ ਢਾਬ ਆਮ ਛੱਪੜ ਨਹੀਂ, ਇਹ ਮੁਕਤੀ ਦਾ ਸਰੋਵਰ ਹੋਵੇਗਾ। ਜਿਹੜਾ ਵੀ ਸ਼ਰਧਾ ਭਾਵਨਾ ਨਾਲ ਗੁਰੂ ਕਾ ਸਿੱਖ ਇੱਥੇ ਆ ਕੇ ਸਣਕੇਸੀ ਇਸ਼ਨਾਨ ਕਰੇਗਾ, ਖੰਡੇ ਬਾਟੇ ਦਾ ਅੰਮ੍ਰਿਤ ਛਕੇਗਾ, ਪਿਛਲੇ ਹੋਏ ਗੁਨਾਹਾਂ ਦੀ ਤੌਬਾ ਕਰਕੇ ਅਗਾਂਹ ਨੂੰ ਜੀਵਨ ਚੰਗਾ ਰੱਖੇਗਾ, ਉਹ ਭਾਈ ਇੱਥੇ ਆ ਕੇ ਮੁਕਤ ਹੋ ਜਾਇਆ ਕਰੇਗਾ। ਮਾਘੀ ਦੇ ਸਮੇਂ ਜਿਹੜੀਆਂ ਸੰਗਤਾਂ ਵਿਸ਼ੇਸ਼ ਕਰਕੇ ਹਾਜ਼ਰੀ ਭਰਨਗੀਆਂ, ਉਹਨਾਂ ਨੂੰ ਬਹੁਤ ਵੱਡਾ ਫਲ ਮਹਾਤਮ ਇੱਥੇ ਆਉਣ ਦਾ ਪ੍ਰਾਪਤ ਹੋਇਆ ਕਰੇਗਾ। ਇਉਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਉਸ ਜਗ੍ਹਾ ਨੂੰ ਮੁਕਤੀ ਦਾ ਸਰ ਬਖਸ਼ਿਸ਼ ਕਹਿ ਕੇ ਬਖਸ਼ਿਸ਼ਾਂ ਕੀਤੀਆਂ, ਰੁਤਬਾ ਬਖਸ਼ਿਆ। ਭਾਈ ਮਹਾ ਸਿੰਘ ਜੀ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੋਦ ਵਿੱਚ ਪ੍ਰਾਣ ਤਿਆਗ ਗਏ। ਉਧਰ ਮਾਤਾ ਭਾਗ ਕੌਰ ਜੀ ਜ਼ਖਮੀ ਹਾਲਤ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਿਲੇ। ਸਤਿਗੁਰੂ ਜੀ ਨੇ ਉਹਨਾਂ ਦੀ ਮਰਮ ਪੱਟੀ ਕਰਵਾਈ, ਜ਼ਖਮ ਰਾਜੀ ਹੋਏ। ਬਾਅਦ ਵਿੱਚ ਮਾਤਾ ਭਾਗ ਕੌਰ ਜੀ ਸਤਿਗੁਰੂ ਸਾਹਿਬ ਜੀ ਦੇ ਨਾਲ ਹਜੂਰ ਸਾਹਿਬ ਦੱਖਣ ਦੀ ਧਰਤੀ ਵੱਲ ਚਲੇ ਗਏ ਸਨ, ਜਿੱਥੇ ਸਾਧ ਸੰਗਤ ਜਦੋਂ ਆਪਾਂ ਹਜੂਰ ਸਾਹਿਬ ਤੋਂ ਬਿਦਰ ਨਾਨਕ ਝੀਰਾ ਕਰਨਾਟਕ ਵੱਲ ਨੂੰ ਜਾਂਦੇ ਹਾਂ ਨਾ ਦਰਸ਼ਨ ਕਰਨ, ਤਾਂ ਰਸਤੇ ਵਿੱਚ ਇੱਕ ਜਨਵਾੜਾ ਨਗਰ ਆਉਂਦਾ ਹੈ। ਉਸ ਜਨਵਾੜੇ ਨਗਰ ਵਿੱਚ ਰਹਿ ਕੇ ਮਾਤਾ ਭਾਗ ਕੌਰ ਜੀ ਨੇ ਬਹੁਤ ਲੰਮਾ ਸਮਾਂ ਗੁਰਸਿੱਖੀ ਦਾ ਪ੍ਰਚਾਰ ਕੀਤਾ, ਤਪੱਸਿਆ ਕੀਤੀ, ਭਗਤੀ ਕੀਤੀ। ਅੱਜ ਉੱਥੇ ਮਾਤਾ ਜੀ ਦੀ ਯਾਦ ਦੇ ਵਿੱਚ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਬਣਿਆ ਹੋਇਆ, ਗੁਰਦੁਆਰਾ ਤਪ ਸਥਾਨ ਮਾਤਾ ਭਾਗ ਕੌਰ ਜੀ, ਕਿਲਾ ਨੁਮਾ ਸ਼ਕਲ ਉਸ ਦੀ ਬਣਾਈ ਹੋਈ ਹੈ। ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਬਹੁਤ ਚੰਗੇ ਤਰੀਕੇ ਨਾਲ ਉੱਥੇ ਸਾਧ ਸੰਗਤ ਸੇਵਾਵਾਂ ਕਰਵਾਈਆਂ ਹੋਈਆਂ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਇਉਂ ਜਿਹੜਾ ਬਾਲਕ ਜਿਵੇਂ ਸਾਧ ਸੰਗਤ ਭੁੱਲਿਆ ਹੋਇਆ ਘਰ ਆ ਜਾਵੇ, ਮਾਤਾ ਪਿਤਾ ਉਹਦੇ ਔਗਣਾਂ ਨੂੰ ਨਹੀਂ ਚਿਤਾਰਦੇ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਵੀ ਬਖਸ਼ਿੰਦ ਹਨ। ਸਤਿਗੁਰੂ ਨੇ ਉਹ ਬੇਦਾਵਾ ਪਾੜ ਕੇ ਟੁੱਟੀ ਹੋਈ ਸਿੱਖੀ ਨੂੰ ਗੰਢ ਦਿੱਤਾ, ਟੁੱਟੀ ਹੋਈ ਪ੍ਰੀਤ ਨੂੰ, ਟੁੱਟੀ ਹੋਈ ਸ਼ਰਧਾ ਨੂੰ ਗੰਢ ਦਿੱਤਾ। ਸੋ ਭਾਈ ਇਹ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਦੇ ਦਿਨ ਦਾ ਮਾਘੀ ਦਾ ਇਤਿਹਾਸ ਹੈ। ਜਿਨ੍ਹਾਂ ਨੇ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਲ ਟੁੱਟੀ ਗੰਢਾਉਣੀ ਹੈ, ਆਪਣਾ ਲਿਖਾਇਆ ਹੋਇਆ ਵਿਦਾਵਾ ਪੜਾਉਣਾ, ਕਿਉਂਕਿ ਵਿਦਾਵਾ ਹੀ ਲਿਖਾਇਆ ਹੋਇਆ ਸੀ ਗੁਰੂ ਤੋਂ। ਉਹ ਸਿੱਖਾਂ ਨੇ ਵੀ ਗੁਰੂ ਦਾ ਬਚਨ ਨਹੀਂ ਮੰਨਿਆ ਸੀ, ਤੇ ਅੱਜ ਅਸੀਂ ਵੀ ਨਹੀਂ ਮੰਨ ਰਹੇ। ਅਸੀਂ ਆਪਣੇ ਮਨ ਦੀਆਂ ਸਿਆਣਪਾਂ ਅੱਗੇ ਰੱਖ ਰਹੇ ਹਾਂ, ਉਹ ਵੀ ਆਪਣੇ ਮਨ ਦੀਆਂ ਸਿਆਣਪਾਂ ਹੀ ਅੱਗੇ ਰੱਖਦੇ ਸੀ ਕਿ ਸ਼ਾਇਦ ਗੁਰੂ ਨਾਲੋਂ ਅਸੀਂ ਸਿਆਣੇ ਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਗੁਰੂ ਕੀ ਮਤ ਤੂੰ ਲੇਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਹਿੰਦੇ ਹੇ ਨਿਆਣੇ ਬਾਲਕਾ, ਗੁਰੂ ਦੀ ਮਤ ਲੈ ਲਾ। ਗੁਰੂ ਦੀ ਮਤ ਧਾਰਨ ਕਰਕੇ ਭਗਤੀ ਕੀਤੇ ਬਿਨਾਂ ਤੇ ਬੜੇ ਸਿਆਣੇ ਕਹਾਉਣ ਵਾਲੇ ਡੁੱਬ ਗਏ ਐ। ਤੇ ਗੁਰੂ ਕੀ ਕਹਿੰਦਾ ਭਾਈ ਸਾਨੂੰ? ਗੁਰੂ ਕਹਿੰਦਾ ਪੀਵੋ ਪਾਹਲ ਖੰਡੇ ਧਾਰ ਹੋਏ ਜਨਮ ਸੁਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਸਤਿਗੁਰੂ ਕਹਿੰਦੇ ਭਾਈ ਅਖੰਡੇ ਬਾਟੇ ਦਾ ਅੰਮ੍ਰਿਤ ਮੈਂ ਤੁਹਾਡੇ ਵਾਸਤੇ ਤਿਆਰ ਕੀਤਾ ਸਿੱਖੋ। ਤੇ ਜੇ ਅਸੀਂ ਕਹਿੰਦੇ ਆ ਮਹਾਰਾਜ ਸਾਨੂੰ ਅੰਮ੍ਰਿਤ ਦੀ ਕੀ ਲੋੜ ਆ, ਸਾਡਾ ਤਾਂ ਮਨ ਹੀ ਸਾਫ਼ ਹੈ, ਮਨ ਸਾਫ਼ ਹੋਣਾ ਚਾਹੀਦਾ, ਅੰਮ੍ਰਿਤ ਦੀ ਕੀ ਲੋੜ ਹੈ, ਇਹਦਾ ਮਤਲਬ ਹੈ ਵੀ ਅਸੀਂ ਗੁਰੂ ਨਾਲੋਂ ਬਹੁਤੇ ਸਿਆਣੇ ਕਹਾਉਣ ਲੱਗ ਪਏ ਆ। ਸਤਿਗੁਰੂ ਸਾਹਿਬ ਕਹਿੰਦੇ ਆ ਭਾਈ ਕੇਸ ਦਾੜਾ ਸਲਾਮਤ ਰੱਖ, ਕੇਸਾਂ ਦੀ ਬੇਅਦਬੀ ਨਾ ਕਰ। ਤੇ ਅਸੀਂ ਅਗਾਂਹ ਤੋਂ ਆਪਣੀਆਂ ਸਿਆਣਪਾਂ ਘੋਟਦੇ ਆ ਵੀ ਕੇਸਾਂ ਨੂੰ ਕਿਹੜਾ ਬੇਰ ਲੱਗਣੇ ਆ, ਕੇਸਾਂ ਨੂੰ ਕਿਹੜਾ ਅੰਬ ਲੱਗਣੇ ਆ, ਦਾੜੇ ਨੂੰ ਕਿਹੜਾ ਅਨਾਰ ਲੱਗਣੇ ਆ। ਇਹਨਾਂ ਨੂੰ ਰੱਖ ਕੇ ਕੀ ਕਰਨਾ? ਸਿੱਖੀ ਤਾਂ ਮਨ ਵਿੱਚ ਹੋਣੀ ਚਾਹੀਦੀ ਹੈ। ਉਹ ਭਲੇ ਲੋਕੋ, ਇਹ ਤਾਂ ਕਿਸੇ ਬੱਚੇ ਨੂੰ ਵੀ ਪੁੱਛ ਲਈਏ ਵੀ ਅੰਬ ਕਿੱਥੇ ਲੱਗਦੇ ਆ, ਉਹ ਵੀ ਦੱਸ ਦੇਵੇਗਾ ਕਿ ਅੰਬਾਂ ਦੇ ਦਰਖਤ ਨੂੰ ਲੱਗਦੇ ਆ, ਦਾੜੇ ਨੂੰ ਨਹੀਂ ਲੱਗਦੇ ਹੁੰਦੇ। ਅਨਾਰ ਕਿੱਥੇ ਲੱਗਦੇ ਆ? ਉਹ ਦਰਖਤਾਂ ਨੂੰ ਲੱਗਦੇ ਆ, ਕੇਸਾਂ ਨੂੰ ਸਿਰ ਤੇ ਨਹੀਂ ਲੱਗਦੇ ਹੁੰਦੇ। ਪਰ ਅਸੀਂ ਕਿਹੋ ਜਿਹੀਆਂ ਗੱਲਾਂ ਤਰਕਾਂ ਕਰਨ ਲੱਗ ਪਏ ਆ ਵੀ ਆ ਕੇਸਾਂ ਨੂੰ ਕਿਹੜਾ ਅੰਗੂਰ ਲੱਗਣੇ ਆ। ਤੇ ਸਾਧ ਸੰਗਤ ਸਰੀਰ ਦੇ ਅੰਗ ਤਾਂ ਹੋਰ ਵੀ ਬਥੇਰੇ ਆ, ਫਿਰ ਆਪਾਂ ਉਹ ਨਹੀਂ ਕਟਾ ਦਿੰਦੇ ਆ। ਨੱਕ ਆਪਣੇ ਮੂੰਹ ਦੇ ਉੱਤੇ ਸਭ ਤੋਂ ਉੱਚਾ ਹੁੰਦਾ ਤੇ ਇਹਨੂੰ ਨਹੀਂ ਕਟਾ ਦਿੰਦੇ। ਸਾਧ ਸੰਗਤ ਇਹਨੂੰ ਕਿਹੜਾ ਚੀਕੂ ਲੱਗਣੇ ਆ।
ਇਹ ਵੀ ਤਾਂ ਸਰੀਰ ਦਾ ਇੱਕ ਅੰਗ ਹੀ ਹੈ। ਇਸੇ ਤਰ੍ਹਾਂ ਕੇਸ ਜਿਹੜੇ ਸਾਡੇ ਸਰੀਰ ਦਾ ਅੰਗ ਹੈ। ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਨੇ ਜਿਹੜਾ ਸਿਧਾਂਤ ਦਿੱਤਾ ਹੈ, ਸਾਬਤ ਸੂਰਤ ਦਸਤਾਰ ਸਿਰਾ। ਸਾਬਤ ਸੂਰਤ ਹੋਈਏ, ਕੇਸ ਰੱਖੀਏ, ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ, ਹਰ ਪ੍ਰਕਾਰ ਦੇ ਨਸ਼ਿਆਂ ਦਾ ਤਿਆਗ ਕਰਕੇ ਸਤਿਗੁਰੂ ਦੀ ਭੈ ਭਾਵਨੀ ਵਿੱਚ ਰਹਿ ਕੇ ਜੀਵਨ ਬਤੀਤ ਕਰੀਏ। ਤੇ ਜੇ ਸਾਧ ਸੰਗਤ ਅਸੀਂ ਇਹੋ ਜਿਹੀਆਂ ਤਰਕਾਂ ਕੁਤਰਕਾਂ ਕਰਦੇ ਆਂ ਤੇ ਇਹਦਾ ਮਤਲਬ ਅਸੀਂ ਵੀ ਸਤਿਗੁਰੂ ਨੂੰ ਵਿਦਾਵਾ ਲਿਖੀ ਫਿਰਦੇ ਆਂ। ਅਸੀਂ ਵੀ ਕਹਿੰਦੇ ਆਂ ਮਹਾਰਾਜ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਕਿਉਂਕਿ ਸਿੱਖ ਤਾਂ ਉਹੀ ਹੈ ਨਾ ਭਾਈ ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨੇ। ਸਿੱਖ ਦਾ ਤੇ ਗੁਰੂ ਦਾ ਆਪਸ ਵਿੱਚ ਸੰਬੰਧ ਕੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਜਿਹੜੀ ਬਾਣੀ ਕਹੇ, ਗੁਰੂ ਜਿਹੜੇ ਬਚਨ ਕਹੇ, ਸੇਵਕ ਜਨ ਉਹਨਾਂ ਨੂੰ ਸਤ ਕਰਕੇ ਮੰਨ ਲਵੇ। ਸਤ ਬਚਨ ਸਾਧੂ ਉਪਦੇਸ਼। ਤੇ ਫਿਰ ਸਾਧ ਸੰਗਤ ਸਤਿਗੁਰੂ ਪ੍ਰਤੱਖ ਤੌਰ ਦੇ ਉੱਤੇ ਪਾਰ ਉਤਾਰਾ ਕਰਦਾ ਹੈ। ਤੇ ਜੇ ਅਸੀਂ ਸਤਿਗੁਰੂ ਦੇ ਬਚਨਾਂ ਨੂੰ ਸਤ ਕਰਕੇ ਨਹੀਂ ਮੰਨਦੇ ਤਾਂ ਫਿਰ ਅਸੀਂ ਵੀ ਵਿਦਾਵੀਏ ਸਿੱਖ ਹੀ ਹੋਏ। ਅਸੀਂ ਵਿਦਾਵਾ ਲਿਖਾਈ ਫਿਰਦੇ ਹਾਂ ਅਸੀਂ ਵੀ। ਇਸ ਕਰਕੇ ਭਾਈ ਆਓ ਆਪਾਂ ਵੀ ਆਪੋ ਆਪਣੇ ਵਿਦਾਵੇ ਪੜਵਾਈਏ, ਸਤਿਗੁਰੂ ਦੇ ਨਾਲ ਟੁੱਟੀਆਂ ਗੰਢਾਈਏ। ਸਤਿਗੁਰੂ ਸਾਡਾ ਬੜਾ ਕਿਰਪਾਲੂ ਦਿਆਲੂ ਪਿਤਾ ਹੈ। ਜਿਵੇਂ ਬਾਲਕ ਭੁੱਲ ਕਰ ਜਾਵੇ ਕੋਈ, ਮਾਂ ਪਿਓ ਦੇ ਔਗਣਾਂ ਨੂੰ ਨਹੀਂ ਚਿਤਾਰਦੇ, ਉਹਨੂੰ ਬਖਸ਼ ਲੈਂਦੇ ਆ, ਦੁਬਾਰਾ ਘਰ ਰੱਖ ਲੈਂਦੇ ਆ। ਇਸੇ ਤਰ੍ਹਾਂ ਸਾਧ ਸੰਗਤ ਸਾਡਾ ਸਤਿਗੁਰੂ ਵੀ ਐਸਾ ਹੈ, ਸਰਨ ਪਏਗੀ ਰਾਖ ਦਇਆਲਾ। ਸਰਨ ਪਿਆ ਨੂੰ ਸਾਧ ਸੰਗਤ ਜੀ ਉਹ ਦਿਆਲੂ ਕਿਰਪਾਲੂ ਸਤਿਗੁਰੂ ਰੱਖਦਾ ਹੈ। ਸਰਨ ਪਿਆਂ ਦੀ ਲੱਜਿਆ ਰੱਖਦਾ ਹੈ, ਗਲ ਦੇ ਨਾਲ ਲਾ ਲੈਂਦਾ। ਸਾਧ ਸੰਗਤ ਜੀ ਸਾਨੂੰ ਭੁੱਲਿਆ ਹੋਇਆਂ ਨੂੰ ਵੀ ਜਿਵੇਂ ਭਾਈ ਮਹਾਂ ਸਿੰਘ ਵਰਗਿਆਂ ਨੂੰ ਲਾਇਆ, ਉਵੇਂ ਸਾਧ ਸੰਗਤ ਸਾਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਗਲ ਦੇ ਨਾਲ ਲਾਉਣਗੇ। ਬਸ਼ਰਤੇ ਕਿ ਅਸੀਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਮਿਹਨਤ ਤਰਲਾ ਜੋਦੜੀ ਕਰਕੇ ਚਰਨਾਂ ਦੇ ਉੱਤੇ ਢਹਿ ਪਈਏ। ਆਖੀਏ ਮਹਾਰਾਜ ਸਗਲ ਦਵਾਰ ਕੋ ਛਾੜ ਕੇ ਗਾਹਿਓ ਤੁਹਾਰੋ ਦਵਾਰ, ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਸੱਚੇ ਪਾਤਸ਼ਾਹ ਹੁਣ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ। ਕਿਸ ਹੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ, ਕਿਉਂ ਨਾ ਮਰੀਜੈ ਰੋਏ ਜਾਂ ਲਗ ਜਿਤਨਾ ਆਵੀ। ਮਹਾਰਾਜ ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ। ਸਾਨੂੰ ਤਾਂ ਤੁਹਾਡਾ ਹੀ ਆਸਰਾ, ਸੀ ਤੁਹਾਡੀ ਸ਼ਰਨ ਦੇ ਵਿੱਚ ਆ ਗਏ ਆ। ਸਾਨੂੰ ਸਰਨ ਪਿਆ ਨੂੰ ਰੱਖ ਲਾ। ਇਹ ਫਿਰ ਸਾਧ ਸੰਗਤ ਸਾਡਾ ਸਤਿਗੁਰੂ ਕੈਸਾ ਹੈ, ਟੂਟੀ ਗੰਢਨ ਹਾਰ ਗੋਪਾਲਾ। ਸਤਿਗੁਰ ਸੱਚੇ ਪਾਤਸ਼ਾਹ ਸਾਧ ਸੰਗਤ ਟੁੱਟੀਆਂ ਗੰਢਣ ਵਾਲੇ ਹੈ। ਸਾਡੀ ਟੁੱਟੀ ਹੋਈ ਪ੍ਰੀਤੀ ਨੂੰ, ਸਾਡੀ ਟੁੱਟੀ ਹੋਈ ਸ਼ਰਧਾ ਨੂੰ ਗੰਢ ਕੇ ਇਉਂ ਸਾਧ ਸੰਗਤ ਨਵਾਂ ਤਰੋ ਤਾਜ਼ਾ ਸਾਨੂੰ ਸਤਿਗੁਰੂ ਕਰ ਲੈਂਦੇ ਆ। ਜੇ ਭਾਈ ਰਹਿਤ ਵਿੱਚ ਕੋਈ ਭੁੱਲ ਹੋ ਜਾਵੇ ਕਿਸੇ ਅੰਮ੍ਰਿਤਧਾਰੀ ਸਿੰਘ ਦੇ ਕੋਲੋਂ, ਉਹਦੇ ਵਾਸਤੇ ਵੀ ਇਹੀ ਹਦਾਇਤ ਹੈ, ਪੰਜਾਂ ਪਿਆਰਿਆਂ ਦੇ ਜਾ ਕੇ ਪੇਸ਼ ਹੋਵੇ, ਆਪਣੀ ਗਲਤੀ ਦੀ ਖਿਮਾ ਮੰਗੇ। ਪੰਜ ਪਿਆਰੇ ਜਿਹੜੀ ਤਨਖਾਹ ਸੇਵਾ ਲਾਉਣ, ਉਹ ਤਨਖਾਹ ਸੇਵਾ ਨੂੰ ਭਲੀ ਭਾਂਤ ਕਰਕੇ ਸਾਧ ਸੰਗਤ ਸੰਪੂਰਨ ਕਰੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮੁੜ ਤੋਂ ਪੰਥ ਵਿੱਚ ਸ਼ਾਮਲ ਕਰ ਲੈਂਦੇ ਆ। ਈਵਨ ਜਿਹੜੇ ਪੰਥ ਵਿੱਚੋਂ ਦੁਰਕਾਰੇ ਹੋਏ, ਰਾਮ ਰਾਈਏ, ਧੀਰ ਮੱਲੀਏ, ਨੜੀ ਮਾਰ, ਕੁੜੀ ਮਾਰ ਇਤਿਆਦਿਕ ਹੈ, ਉਹ ਵੀ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਆ। ਜੇ ਉਹ ਅੰਮ੍ਰਿਤ ਛਕ ਕੇ ਸਿੰਘ ਸੱਜ ਜਾਣ, ਗੁਰਮਰਿਆਦਾ ਦੇ ਧਾਰਨੀ ਹੋ ਜਾਣ, ਕਹਿੰਦੇ ਫਿਰ ਵੀ ਉਹ ਸਾਡੇ ਹੀ ਭਾਈ ਹੈ। ਫਿਰ ਉਹਨਾਂ ਨਾਲ ਕੋਈ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਰੱਖਣਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਟੁੱਟੀਆਂ ਗੰਢਦੇ ਆ। ਜਿੱਥੇ ਸਾਧ ਸੰਗਤ ਗੁਰੂ ਟੁੱਟੀਆਂ ਗੰਢਣ ਵਾਲਾ ਹੈ, ਉੱਥੇ ਸਿੱਖਾਂ ਦੇ ਮਨ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਭਾਵਨਾ ਐਸੀ। ਕਿਸੇ ਵਿਦਵਾਨ ਨੇ ਲਿਖਿਆ, ਕਹਿੰਦਾ ਤੇਰਾ ਖਾਲਸਾ ਹੋਵੇ ਤਾਂ ਖਾਸ ਹੋਵੇ, ਹੱਥ ਖੰਡਾ ਤੇ ਪੈਰ ਰਕਾਬ ਉੱਤੇ, ਭਾਵੇਂ ਲਿਖ ਬੇਦਾਵਾ ਜਾਏ ਤੈਨੂੰ, ਪਰ ਆਣ ਮਿਲੂ ਖਦਰਾਣੇ ਦੀ ਢਾਬ ਉੱਤੇ। ਵਿਦਾਵਾ ਵੀ ਲਿਖ ਕੇ ਦੇ ਜਾਵੇ, ਪਰ ਮਹਾਰਾਜ ਤੇਰੇ ਚਰਨਾਂ ਨਾਲ ਤੇਰੇ ਸਿੱਖਾਂ ਦਾ ਪਿਆਰ ਐਸਾ, ਗਲਤੀ ਮੰਨ ਕੇ ਦੁਬਾਰਾ ਦੁਬਾਰਾ ਤੇਰੇ ਚਰਨਾਂ ਵਿੱਚ ਆਉਣਗੇ ਤੇ ਮਹਾਰਾਜ ਤੁਸੀਂ ਬਖਸ਼ਣ ਵਾਲੇ ਹੋ, ਤੁਸੀਂ ਉਹਨਾਂ ਨੂੰ ਬਖਸ਼ੋਗੇ। ਉਹ ਭਾਈ ਮਾਘੀ ਦਾ ਦਿਹਾੜਾ, ਟੁੱਟੀ ਗੰਢੀ ਦਿਵਸ ਅੱਜ ਆਪਾਂ ਸਾਰਿਆਂ ਨੇ ਰਲ ਮਿਲ ਕੇ ਮਨਾਇਆ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਕੇ, ਮਹਾਰਾਜ ਅਸੀਂ ਗੁਨਾਹਗਾਰ ਹਾਂ, ਅਸੀਂ ਭੁੱਲੇ ਹੋਏ ਹਾਂ, ਸਾਨੂੰ ਭੁੱਲਿਆਂ ਨੂੰ ਬਖਸ਼ਣ ਵਾਲਾ ਤੂੰ ਬਖਸ਼ੰਦ ਪਿਤਾ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਹੋ। ਕਿਰਪਾ ਕਰੋ ਸਾਡੇ ਜਿਹੜੇ ਹਿਰਦੇ ਪੱਥਰਾਂ ਵਰਗੇ ਕਠੋਰ ਹੈ, ਉਹਨਾਂ ਦੇ ਵਿੱਚ ਵੀ ਆਪ ਜੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦਾ ਕਿਣਕਾ ਪਾ ਕੇ ਇਹਨਾਂ ਨੂੰ ਦਰਬੀਭੂਤ ਕਰੋ। ਆਪ ਜੀ ਦੇ ਚਰਨਾਂ ਦੇ ਨਾਲ ਅਸੀਂ ਜੁੜੇ ਰਹੀਏ।
ਆਪ ਜੀ ਦੀ ਚਰਨ ਸ਼ਰਨ ਦੇ ਵਿੱਚ ਆ ਕੇ ਹਮੇਸ਼ਾ ਇਹ ਬੇਨਤੀਆਂ ਕਰੀਏ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ, ਲੇਖੈ ਕਤਹਿ ਨ ਛੂਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰੇ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਗੱਜ ਵੱਜ ਕੇ ਗੁਰਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।